colleagues and dear students, ਅੱਜ ਦੇ ਦਿਨ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਮੈਮੋਰੀਅਲ ਲੈਕਚਰ ਵਾਸਤੇ ਅਸੀਂ ਇਨਵਾਈਟ ਕੀਤਾ ਹੈ ਡਾਕਟਰ ਦਿਵਿਆ ਜੋਤੀ ਚਾਵਲਾ ਜੋ ਕਿ ਹੈਡ ਡਿਪਾਰਟਮੈਂਟ ਆਫ ਫਿਜ਼ਿਕਸ ਹੈ ਯੂਨੀਵਰਸਿਟੀ ਕਾਲਜ ਜੈਤੋ। ਉਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ। ਉਸ ਤੋਂ ਬਾਅਦ ਲੜੀਵਾਰ ਜਿਹੜੇ ਬੱਚੇ ਆਪਣੀ ਕਵਿਤਾਵਾਂ ਜਾਂ ਹੋਰ ਰਚਨਾਵਾਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਉਹ ਆਉਣਗੇ। ਸੋ मैं उम्मीद करता कि सारे इस जो फंक्शन तो इस लैक्चर तो काफ़ी गल्लां सीखोगे। तो होर भी कोई बच्चा जे कोई पार्टिसिपेट करना चाहता है वो वॉलंटैरिली अपना नाम प्रोफैसर रुचिका नूं दे सकता है ताकि असी उहदा भी नाम इनकलूड कर सकीए। हुण मैं सदा देन जा रहा अज दे मुख बुलारे डॉक्टर दिव्या ज्योति मुखी फिजिक्स डिपार्टमेंट यूनीवर्सिटी कॉलेज जैतों नूं कि वो अपने विचार तुहाडे सामने रख सकन। डॉक्टर दिव्या ज्योति चावला। वेरी गुड मॉर्निंग टू ऑल ऑफ यू। सब तो पहले मैं वेलकम भी करूँगी, थैंक्स भी कहना चाहूँगी प्रिंसिपल डॉक्टर परमिंदर सिंह तग्गड़ जी, प्रोफेसर शिल्पा कांसल, डॉक्टर सुभाष चंद्र, डॉक्टर सम्राट खन्ना ते प्रोफेसर रुचिका सेठ जी का कि मैनू अज इस शहीदी दिवस के मौके बोलन का मौका इन्होंने प्रदान किया। सेवा देश की जिंदड़ीए बड़ी औखी नहीं, सेवा देश दी जिंदड़ीए बड़ी औखी, गल्लां करनियां ढेर सुखलियां ने, गल्लां करनियां ढेर सुखलियां ने, जिन्ना देश सेवा च पैर पाया उन्ना लख मुसीबतां चलियां ने, उन्ना लख मुसीबतां चलियां ने। चढ़दी जवानी विच अपनी जिंदगी देश के लेखे लाउण वाले देश के महान सपूत सरदार करतार सिंह सराभा जी की शहीदी दिहाड़े उन्हां दी देश ਲਈ ਕੀਤੀ ਕੁਰਬਾਨੀ ਨੂੰ ਮੇਰਾ ਸਤ ਨਮਨ। ਆਪਾਂ ਚਲੋ ਗੱਲ ਕਰ ਲੈਂਦੇ ਆ ਉਹਨਾਂ ਦੀ ਕੁਰਬਾਨੀ ਦੇ ਸਫ਼ਰ ਦੀ, ਕਿਉਂਕਿ ਜਦੋਂ ਆਪਾਂ ਇਹ ਗੱਲਾਂ ਸੁਣਦੇ ਆ ਤਾਂ ਗੱਲਾਂ ਸੁਣ ਕੇ ਹੀ ਆਪਣੇ ਵਿੱਚ ਜੋਸ਼ ਚਾਇਕ ਪੈਦਾ ਹੋ ਜਾਂਦਾ ਹੈ। ਜਿਵੇਂ ਕ੍ਰਿਕਟ ਮੈਚ ਹੋਵੇ ਸਪੋਜ਼ ਇੰਡੀਆ ਤੇ ਪਾਕਿਸਤਾਨ ਦਾ ਮੈਚ ਉੱਥੇ ਹੋ ਰਿਹਾ ਹੁੰਦਾ ਹੈ, ਟੀਵੀ ਜਾਂ ਸ਼ੀਸ਼ੇ ਆਪਣੇ ਘਰਾਂ ਦੇ ਵਿੱਚ ਟੁੱਟ ਜਾਂਦੇ ਆ। ਅਗਰ ਆਪਾਂ ਐਰੋਗੈਂਟ ਹੋ ਜਾਂਦੇ ਆ, ਆਪਾਂ ਦੇਖ ਲੈਂਦੇ ਆ ਕਿ ਜਿਹੜੀਆਂ ਚੀਜ਼ਾਂ ਉਹ ਆਪਣੇ ਫੇਵਰ ਦੇ ਵਿੱਚ ਨਹੀਂ ਜਾ ਰਹੀਆਂ। ਤਾਂ ਇੱਦਾਂ ਹੀ ਜਦੋਂ ਵੀ ਕੋਈ ਚੀਜ਼ ਦੇਸ਼ ਦੇ ਨਾਲ ਜੁੜੀ ਹੋਈ ਸੁਣਦੇ ਆ ਤੇ ਆਪਣੇ ਆਪ ਹੀ ਆਪਣੇ ਅੰਦਰ ਇੱਕ ਜੋਸ਼ ਜਿਹਾ ਭਰ ਜਾਂਦਾ ਹੈ। ਤੇ ਇਹੋ ਜਿਹੀਆਂ ਸ਼ਖਸੀਅਤਾਂ ਦੀਆਂ ਗੱਲਾਂ, ਉਹਨਾਂ ਦੇ ਸ਼ਹੀਦੀ ਦਿਹਾੜੇ, ਉਹਨਾਂ ਦੇ ਜਨਮ ਦਿਹਾੜੇ ਕਰਦੇ ਰਹਿਣੇ ਚਾਹੀਦਾ ਹੈ ਤਾਂ ਕਿ ਤੁਹਾਡੀ ਜਨਰੇਸ਼ਨ, ਸਾਡੀ ਜਨਰੇਸ਼ਨ ਜਾਂ ਜਿਹੜੀਆਂ ਵੀ ਹੁਣ ਆਪਾਂ ਇਸ ਦੇਸ਼ ਦੇ ਨਾਗਰਿਕ ਹੈਗੇ ਆ, ਸਾਨੂੰ ਇਹ ਅਹਿਸਾਸ ਹੁੰਦਾ ਰਹੇ ਕਿ ਜੋ ਆਜ਼ਾਦੀ ਦਾ ਸੁੱਖ ਅਸੀਂ ਮਾਣ ਰਹੇ ਹਾਂ ਇਹ ਸਾਨੂੰ ਇੰਨੀ ਆਸਾਨੀ ਦੇ ਨਾਲ ਨਹੀਂ ਮਿਲੀ। 24 ਮਈ 1896 ਦਾ ਦਿਨ ਸੀ। ਲੁਧਿਆਣਾ ਦੇ ਸਰਾਭਾ ਪਿੰਡ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਹੋਇਆ ਤੇ ਬੜੀ ਛੋਟੀ ਜਿਹੀ ਬਚਪਨ ਦੇ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਦਾ ਸਾਇਆ ਇਹਨਾਂ ਦੇ ਸਿਰ ਤੋਂ ਉੱਠ ਗਿਆ। ਇਹਨਾਂ ਦੇ ਨਾਨਾ ਜੀ ਸਰਦਾਰ ਬਦਨ ਸਿੰਘ ਜੀ, ਦਾਦਾ ਜੀ ਨੇ ਸਰਦਾਰ ਬਦਨ ਸਿੰਘ ਜੀ ਇਹਨਾਂ ਦੇ ਦਾਦਾ ਜੀ ਸੀ ਜਿਨ੍ਹਾਂ ਨੇ ਇਹਨਾਂ ਦਾ ਲਾਲਨ ਪਾਲਨ ਕੀਤਾ ਤੇ ਬੜੀ ਅੱਛੀ ਫੈਮਿਲੀ ਨੂੰ ਇਹ ਬਿਲੋਂਗ ਕਰਦੇ ਸੀ ਤੇ ਇਸ ਕਰਕੇ ਇਹਨਾਂ ਨੂੰ ਹਾਇਰ ਐਜੂਕੇਸ਼ਨ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਅਮਰੀਕਾ ਦੇ ਵਿੱਚ ਜਾ ਕੇ ਜਦੋਂ ਇਹਨਾਂ ਨੇ ਉੱਥੇ ਜਿਹੜੇ ਇੰਡੀਅਨ ਸੀ ਉਹਨਾਂ ਦੇ ਨਾਲ ਨਸਲੀ ਭੇਦਭਾਵ ਹੁੰਦਾ ਹੋਇਆ ਦੇਖਿਆ, ਮਹਿਸੂਸ ਕੀਤਾ ਤਾਂ ਇਹਨਾਂ ਦੇ ਦਿਲ ਦੇ ਵਿੱਚ ਅੰਗਰੇਜ਼ਾਂ ਦੇ ਲਈ ਇੱਕ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ। ਉਹਨਾਂ ਹੀ ਦਿਨਾਂ ਦੇ ਵਿੱਚ ਲਾਲਾ ਹਰਦਿਆਲ ਜੀ ਬੜੇ ਇੱਕ ਐਕਟਿਵ ਮੈਂਬਰ ਹੁੰਦੇ ਸੀ ਆਪਣੀ ਆਜ਼ਾਦੀ ਦੀ ਲੜਾਈ ਦੇ ਵਿੱਚ ਤੇ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਆਏ, ਉਹਨਾਂ ਦੇ ਵਿਚਾਰਾਂ ਤੋਂ ਇਹ ਬੜੇ ਪ੍ਰਭਾਵਿਤ ਹੋਏ ਤੇ 25 ਮਾਰਚ 1913 ਨੂੰ ਔਰੇਗਨ ਦੇ ਵਿੱਚ ਹਿੰਦੁਸਤਾਨੀਆਂ ਦੀ ਇੱਕ ਬਹੁਤ ਵੱਡੀ ਸਭਾ ਹੋਈ ਜਿਸ ਦੀ ਪ੍ਰਧਾਨਗੀ ਅਤੇ ਮੁੱਖ ਵਕਤਾ ਲਾਲਾ ਹਰਦਿਆਲ ਸਨ ਤੇ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਮੈਨੂੰ ਇਹੋ ਜਿਹੇ ਜਵਾਨਾਂ ਦੀ ਜ਼ਰੂਰਤ ਹੈ ਜਿਹੜੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਸਿਰ ਤੱਕ ਕਟਾ ਦੇਣ, ਆਪਣਾ ਬਲੀਦਾਨ ਤੱਕ ਦੇਣ ਦੇ ਲਈ ਤਿਆਰ ਹੋ ਜਾਣ। ਤੇ ਉਸ ਏਡੀ ਵੱਡੀ ਸਭਾ ਦੇ ਵਿੱਚ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਭ ਤੋਂ ਪਹਿਲੇ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਨੇ ਆਪਦੇ ਆਪ ਨੂੰ ਉੱਥੇ ਪੇਸ਼ ਕੀਤਾ ਕਿ ਹਾਂਜੀ ਮੈਂ ਇਸ ਚੀਜ਼ ਦੇ ਲਈ ਤਿਆਰ ਹਾਂ। ਤੇ ਉਸ ਭਰੀ ਸਭਾ ਦੇ ਵਿੱਚ ਲਾਲਾ ਹਰਦਿਆਲ ਜੀ ਨੇ ਖੜੇ ਹੋ ਕੇ ਉਹਨਾਂ ਨੂੰ ਸੀਨੇ ਨਾਲ ਲਾ ਲਿਆ ਤੇ ਪੂਰਾ ਦਾ ਪੂਰਾ ਹਾਲ ਤਾਲੀਆਂ ਦੀ ਗੜਗੜਾਹਟ ਦੇ ਨਾਲ ਗੂੰਜ ਉੱਠਿਆ। ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਜਿਹੜੇ ਜਵਾਨ ਸੀ ਜਾਂ ਬਹੁਤ ਸਾਰੇ ਉੱਥੇ ਇਨਸਾਨ ਜਿਹੜੇ ਸੁਣ ਰਹੇ ਸੀ ਉਸ ਸਭਾ ਦੇ ਅੰਦਰ ਲਾਲਾ ਹਰਦਿਆਲ ਜੀ ਨੂੰ, ਉਹਨਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਮਗਰ ਲੱਗ ਕੇ ਉਹਨਾਂ ਨੇ ਵੀ ਆਪਣੇ ਨਾਮ ਦੇ ਦਿੱਤੇ ਕਿ ਅਸੀਂ ਵੀ ਇਸ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਾਂਗੇ।
ਤੇ 21 ਅਪ੍ਰੈਲ 1913 ਨੂੰ ਕੈਲੀਫੋਰਨੀਆ ਦੇ ਵਿੱਚ ਇਹਨਾਂ ਸਾਰਿਆਂ ਨੇ ਮਿਲ ਕੇ ਗਦਰ ਪਾਰਟੀ, ਤੁਸੀਂ ਪੜ੍ਹਿਆ ਹੋਊਗਾ ਹਿਸਟਰੀ ਦੇ ਵਿੱਚ ਸਭ ਨੇ, ਗਦਰ ਪਾਰਟੀ ਦਾ ਸੰਗਠਨ ਕੀਤਾ, ਉਹਦੀ ਸਥਾਪਨਾ ਕੀਤੀ। ਤੇ ਇਸ ਦਾ ਮੇਨ ਜਿਹੜਾ ਮੇਜਰ ਟੀਚਾ ਸੀ ਉਹ ਆਪਣੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਡਵਾਉਣਾ, ਅਤੇ ਜਿਹੜੇ ਉਸ ਟਾਈਮ ਆਪਣੀ ਪੋਪੂਲੇਸ਼ਨ ਸੀ ਇੰਡੀਆ ਦੀ, ਜਿਹੜੇ ਆਮ ਲੋਕ ਸੀ, ਉਹਨਾਂ ਨੂੰ ਅੰਗਰੇਜ਼ਾਂ ਦੇ ਜ਼ਬਰ ਜ਼ੁਲਮ ਤੇ ਉਸ ਖੌਫਨਾਕ ਮੰਜ਼ਰ ਨੂੰ ਦਿਖਾਉਣਾ ਜਿਹੜਾ ਉਹਨਾਂ ਦੀ ਗੁਲਾਮੀ ਦੇ ਵਿੱਚ ਉਹ ਫੇਸ ਕਰ ਰਹੇ ਸੀ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਉਸ ਨੂੰ ਫੇਸ ਕਰਨਾ ਸੀ। ਉਹ ਸਾਰਾ ਇਹਨਾਂ ਦਾ ਮਕਸਦ ਸੀ। ਇਹਦੇ ਨਾਲ ਹੀ ਉਹਨਾਂ ਨੇ 1 ਨਵੰਬਰ 1913 ਨੂੰ ਗਦਰ ਨਾਮ ਦੇ ਨਾਲ ਹੀ ਇੱਕ ਅਖਬਾਰ ਵੀ ਸ਼ੁਰੂ ਕੀਤਾ, ਤੇ ਉਸ ਅਖਬਾਰ ਦੇ ਵਿੱਚ ਵੀ ਲੇਖ, ਸਟੋਰੀਜ਼, ਇਹ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਦੇ ਰਹਿੰਦੇ ਸੀ ਤਾਂ ਕਿ ਲੋਕ ਜਿਹੜੇ ਉਹ ਅਵੇਅਰ ਹੋਣ ਕਿ ਵਾਟ ਇਜ਼ ਹੈਪਨਿੰਗ ਇਨ ਦ ਕੰਟਰੀ, ਕਿ ਦੇਸ਼ ਦੇ ਵਿੱਚ ਹੋ ਕੀ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਅੰਗਰੇਜ਼ ਜਿਹੜੇ ਆ ਉਹ ਡੋਮੀਨੇਟ ਕਰੀ ਜਾ ਰਹੇ ਆ ਆਪਣੀ ਸੁਸਾਇਟੀ ਦੇ ਉੱਪਰ। ਤੇ ਇਸੇ ਸੀਕੁਐਂਸ ਦੇ ਵਿੱਚ, ਇਸੇ ਅਖਬਾਰ ਦੇ ਰਾਹੀਂ ਇਹ ਲੋਕਾਂ ਨੂੰ ਜਾਣੂ ਕਰਵਾਉਂਦੇ ਰਹੇ। ਤੇ ਪੰਜਾਬ ਦੇ ਵਿੱਚ ਇਹਨਾਂ ਨੇ 1914 ਦੇ ਵਿੱਚ ਇੱਕ ਅੰਗਰੇਜ਼ ਸੈਨਾ, ਜਦੋਂ ਕਿ ਪ੍ਰਥਮ ਵਿਸ਼ਵ ਯੁੱਧ ਹੋਇਆ ਉਹਦੇ ਵਿੱਚ ਉਹ ਇਨਵੋਲਵ ਹੋ ਗਏ, ਉਹਨਾਂ ਦੀ ਸਾਰੀ ਅਟੈਂਸ਼ਨ ਅੰਗਰੇਜ਼ਾਂ ਦੀ ਉੱਧਰ ਹੋ ਗਈ, ਤੇ ਇਸ ਪਾਰਟੀ ਨੇ ਐਕਟਿਵ ਹੋ ਕੇ ਉਸ ਮੌਕੇ ਦਾ ਫਾਇਦਾ ਉਠਾਉਣਾ ਚਾਹਿਆ। ਤੇ ਉਹਨਾਂ ਨੇ ਉਸ ਟਾਈਮ ਇੱਕ ਕਿਹਾ ਕਿ ਅਸੀਂ ਇੱਕ ਅੰਦਰ ਹੀ ਰੈਵੋਲੂਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਹਾਂ, ਸ਼ਾਇਦ ਇਹਦੇ ਨਾਲ ਸਾਨੂੰ ਆਜ਼ਾਦੀ ਮਿਲ ਜਾਏ। ਪੂਰਾ ਦਾ ਪੂਰੀ ਕੰਟਰੀ ਦੇ ਵਿੱਚ ਰਿਵੋਲਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ। 5 ਅਗਸਤ 1914 ਨੂੰ ਇਹਨਾਂ ਨੇ ਪਹਿਲੇ ਆਪਣੇ ਅਖਬਾਰ ਦੇ ਵਿੱਚ ਡਿਸੀਜਨ ਆਫ ਡੈਕਲੇਰੇਸ਼ਨ ਆਫ ਵਾਰ ਨਾਮ ਦੇ ਨਾਲ ਇੱਕ ਲੇਖ ਪਬਲਿਸ਼ ਕੀਤਾ, ਤੇ ਹਰ ਛੋਟੇ ਸ਼ਹਿਰ ਦੇ ਵਿੱਚ ਇਸ ਲੇਖ ਦੀਆਂ ਬਹੁਤ ਸਾਰੀਆਂ ਕਾਪੀਆਂ ਇਹਨਾਂ ਨੇ ਡਿਸਟ੍ਰੀਬਿਊਟ ਕੀਤੀਆਂ, ਆਮ ਲੋਕਾਂ ਤੱਕ ਪਹੁੰਚਾਉਣਾ ਚਾਹਿਆ ਕਿ ਅੰਗਰੇਜ਼ ਕਰ ਕੀ ਰਹੇ ਨੇ। ਬੇਸਿਕਲੀ ਉਹ ਆਪਣਾ ਦੇਸ਼ ਭਰੀ ਜਾ ਰਹੇ, ਆਪਣੇ ਦੇਸ਼ ਨੂੰ ਅੰਦਰੋਂ ਅੰਦਰੀ ਖੋਖਲਾ ਕਰੀ ਜਾ ਰਹੇ। ਤੇ ਸਰਕਾਰ ਨੇ ਗਦਰ ਪਾਰਟੀ ਦੇ ਬਹੁਤ ਸਾਰੇ ਵਰਕਰਸ ਨੂੰ ਉਸ ਸਿਚੁਏਸ਼ਨ ਨੂੰ ਦੇਖਦੇ ਹੋਏ ਗ੍ਰਿਫਤਾਰ ਕਰ ਲਿਆ। ਤੇ ਬਟ ਫਿਰ ਵੀ ਸਰਦਾਰ ਜਿਹੜੇ ਕਰਤਾਰ ਸਿੰਘ ਸਰਾਭਾ ਸੀ, ਇਹਨਾਂ ਦੀ ਗ੍ਰਿਫਤਾਰੀ ਉਸ ਟਾਈਮ ਨਹੀਂ ਹੋਈ, ਇਹ ਬਚੇ ਰਹੇ। ਤੇ ਜਿਹੜੇ ਵੀ ਬਚੇ ਹੋਏ ਐਕਟਿਵਿਸਟ ਮੈਂਬਰ ਸੀਗੇ ਉਸ ਟਾਈਮ, ਐਕਟਿਵ ਮੈਂਬਰ ਸੀ, ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਅਸੀਂ ਅਮੀਰ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਾਂਗੇ। ਉਹ ਅਮੀਰ ਲੋਕ ਜਿਹੜੇ ਅੰਗਰੇਜ਼ਾਂ ਦੀ ਚਾਪਲੂਸੀ ਕਰਦੇ ਸੀ, ਉਹਨਾਂ ਦੀਆਂ ਚਾਪਲੂਸੀਆਂ ਕਰ ਕਰਕੇ ਅਮੀਰ ਹੋਏ ਵੇ ਸੀ, ਉਹਨਾਂ ਦੇ ਘਰਾਂ 'ਚ ਚੋਰੀ ਕਰਕੇ ਹਥਿਆਰ ਜੁਟਾਣੇ ਤਾਂ ਕਿ ਆਪਾਂ ਇੱਕ ਰਿਵੋਲਟ ਜਦੋਂ ਕਰਾਂਗੇ ਤੇ ਉਸ ਟਾਈਮ ਆਪਣੀ ਕੰਟਰੀ ਨੂੰ, ਆਪਣੇ ਲੋਕਾਂ ਨੂੰ ਹੈਲਪ ਮਿਲੇ। ਤੇ ਇਹ ਕੰਮ ਇਹਨਾਂ ਨੇ ਸ਼ੁਰੂ ਕਰਤਾ। ਬਟ ਕਿਰਪਾਲ ਸਿੰਘ ਨਾਮ, ਤੁਸੀਂ ਸੁਣਿਆ ਹੋਊਗਾ, ਕਿਰਪਾਲ ਸਿੰਘ ਨਾਮ ਦਾ ਇੱਕ ਗੱਦਾਰ ਸੀ ਜਿਸ ਨੇ ਅੰਗਰੇਜ਼ਾਂ ਨੂੰ ਇਹਨਾਂ ਦੀ ਯੋਜਨਾਵਾਂ ਦੀ ਇਨਫੋਰਮੇਸ਼ਨ ਦੇ ਦਿੱਤੀ। ਕਹਿੰਦੇ ਘਰ ਦਾ ਭੇਦੀ ਲੰਕਾ ਢਾਉਂਦਾ ਹੈ। ਤਾਂ ਇਹਨਾਂ ਦੇ ਵਿੱਚ ਇਨਵੋਲਵ ਹੋਇਆ ਕਿਰਪਾਲ ਸਿੰਘ, ਉਹਨੇ ਇਹਨਾਂ ਦੀਆਂ ਸਾਰੀਆਂ ਇਨਫੋਰਮੇਸ਼ਨਸ ਲੀਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਉਹ ਸੂਚਨਾ ਦੇ ਨਾਲ ਗਦਰ ਪਾਰਟੀ ਦੇ ਫਿਰ ਹੋਰ ਬਹੁਤ ਸਾਰੇ ਵਰਕਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਟ ਫਿਰ ਵੀ ਕਰਤਾਰ ਸਿੰਘ ਸਰਾਭਾ ਹੋਣੇ ਜੀ ਇਹ ਬਚ ਗਏ। ਇਹਨਾਂ ਨੇ ਸਾਰਿਆਂ ਨੇ, ਜਿਹੜੇ ਬਚੇ ਹੋਏ ਮੈਂਬਰ ਸੀ, ਸੋਚਿਆ ਕਿ ਇੱਕ ਵਾਰੀ ਅਸੀਂ ਜਿਹੜਾ ਮੇਜਰ ਆਪਣਾ ਇੰਡੀਆ ਦਾ ਜਿੱਥੇ ਰਿਵੋਲਟ ਇਹਨਾਂ ਨੇ ਪਲਾਨ ਕੀਤਾ ਸੀ ਜਾਂ ਜਿੱਥੇ ਪਲਾਨਿੰਗਸ ਕਰਦੇ ਸੀ, ਉਸ ਜਗ੍ਹਾ ਨੂੰ ਛੱਡ ਕੇ ਦੇ ਪਲਾਨਡ ਟੂ ਗੋ ਫॉर ਅਫਗਾਨਿਸਤਾਨ। ਅਫਗਾਨਿਸਤਾਨ ਦੇ ਲਈ ਇਹਨਾਂ ਨੇ ਕੁਝ ਕੀਤਾ, ਬਟ ਰਸਤੇ ਦੇ ਵਿੱਚ ਹੀ ਇੱਕ ਅੰਦਰੋਂ ਜਿਵੇਂ ਆਪਣਾ ਜ਼ਮੀਰ ਸੁੱਤਾ ਹੋਇਆ ਜਾਗਦਾ ਹੈ ਜਾਂ ਆਵਾਜ਼ ਆਉਂਦੀ ਹੈ ਕਿ ਨਹੀਂ, ਸਾਡੇ ਨਾਲ ਦੇ ਸਾਥੀ ਉੱਥੇ ਜੇਲ੍ਹ ਦੇ ਵਿੱਚ ਬੈਠੇ ਆ ਤੇ ਅਸੀਂ ਆਪਦੇ ਆਪ ਨੂੰ ਬਚਾ ਕੇ ਕਿੱਥੇ ਚੱਲੇ ਆ। ਤੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਉਸੇ ਟਾਈਮ ਆਪਣੇ ਪੈਰ ਵਾਪਸ ਮੋੜ ਲਏ, ਕਹਿੰਦੇ ਨਹੀਂ, ਮੈਂ ਆਪਣੇ ਸਾਥੀਆਂ ਦੇ ਕੋਲ ਹੀ ਜਾਊਂਗਾ। ਇਹ ਵਾਪਸ ਪਰਤ ਆਏ ਤੇ ਵਾਪਸ ਆ ਕੇ ਇਹਨਾਂ ਨੇ ਆਪਣੇ ਹੀ ਪਾਰਟੀ ਦੇ ਕੁਝ ਮੈਂਬਰ ਸੀ, ਜਿਹੜੇ ਸਪੋਰਟਰ ਸੀ, ਉਹਨਾਂ ਦੇ ਘਰ ਵਿੱਚ ਸ਼ਰਨ ਲਈ। ਅਗੇਨ ਇਹਨਾਂ ਨੇ ਕੀ ਹੋਇਆ ਕਿ ਆਪਣੇ ਸਾਥੀਆਂ ਦੇ ਨਾਲ ਇਹ ਜਦੋਂ ਲਾਇਲਪੁਰ ਚੌਕੀ ਪਹੁੰਚੇ ਤੇ ਉੱਥੇ ਇਹਨਾਂ ਜਦੋਂ ਸ਼ਰਨ ਲਈ ਹੋਈ ਸੀਗੀ ਆਪਣੇ ਸਾਥੀਆਂ ਦੇ ਨਾਲ, ਤਾਂ ਅੰਦਰੋਂ ਹੀ ਅਗੇਨ ਉਹੀ ਜਿਹੜਾ ਕਿਰਪਾਲ ਸਿੰਘ ਸੀ, ਉਹ ਤੇ ਉਸਦੇ ਸਾਥੀਆਂ ਨੇ ਅੰਗਰੇਜ਼ਾਂ ਨੂੰ ਸੂਚਨਾ ਦੇ ਦਿੱਤੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ 13 ਸਤੰਬਰ 1915 ਨੂੰ ਕਰਤਾਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਲਾਹੌਰ ਸੈਂਟਰਲ ਜੇਲ੍ਹ ਉਸ ਟਾਈਮ ਸੀਗੀ ਕਿ ਜਿੱਥੇ ਆਪਾਂ ਕਹਿ ਦਿੰਦੇ ਹਾਂ ਕਿ ਬੜੇ ਖੁੰਖਾਰ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਕਰਤਾਰ ਸਿੰਘ ਜੀ ਉਹਨਾਂ ਨੂੰ ਉਸ ਟਾਈਮ ਸਭ ਤੋਂ ਐਕਟਿਵ ਮੈਂਬਰ ਮੰਨਿਆ ਜਾਂਦਾ ਸੀ। ਤੇ ਇਹਨਾਂ ਤੇ ਕੇਸ ਚੱਲਿਆ, ਤੇ ਕੇਸ ਚੱਲਣ ਤੋਂ ਬਾਅਦ ਜਿਹੜੇ ਜੱਜ ਸੀ, ਉਹਨਾਂ ਨੇ ਉਹਨਾਂ ਸਾਰੇ ਮੈਂਬਰ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਜੀ ਨੂੰ ਸਭ ਤੋਂ ਖਤਰਨਾਕ ਠਹਿਰਾਉਂਦੇ ਹੋਏ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਤੇ ਇਹਨਾਂ ਨੂੰ ਜੋ ਫਾਂਸੀ ਦੀ ਸਜ਼ਾ ਹੋਈ ਉਹ 19 ਨਵੰਬਰ 1915 ਨੂੰ ਹੋਈ। ਇਸੇ ਕਰਕੇ ਆਪਾਂ 16 ਨਵੰਬਰ 1915 ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਇਸੇ ਕਰਕੇ ਆਪਾਂ ਅੱਜ 16 ਨਵੰਬਰ ਨੂੰ ਇਹ ਸ਼ਹੀਦੀ ਦਿਹਾੜਾ ਅੱਜ ਇੱਥੇ ਮਨਾ ਰਹੇ ਹਾਂ। ਤੇ ਉਹ ਫਾਂਸੀ ਤੇ ਲਟਕ ਤਾਂ ਜ਼ਰੂਰ ਗਏ, ਪਰ ਉਹਨਾਂ ਦੀ ਜਿਹੜੀ ਆਵਾਜ਼ ਸੀ, ਉਸ ਆਵਾਜ਼ ਦੀ ਗੂੰਜ ਸਾਡੇ ਦਿਲਾਂ ਵਿੱਚ ਅੱਜ ਵੀ ਹੈ।
ਆਪਾਂ ਜਦੋਂ ਵੀ ਸ਼ਹੀਦੀ ਦੀ ਗੱਲ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਆਪਾਂ ਨੂੰ ਲੱਗਦਾ ਹੈ ਕਿ ਸਭ ਤੋਂ ਪਹਿਲੇ ਆਉਂਦਾ ਹੈ ਸ਼ਾਇਦ, ਬਟ ਸਰਦਾਰ ਭਗਤ ਸਿੰਘ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਸੀ। ਈਵਨ ਉਹਨਾਂ ਦੀ ਇੱਕ ਫੋਟੋ ਵੀ ਆਪਣੀ ਪਾਕਟ ਦੇ ਵਿੱਚ ਰੱਖਦੇ ਸੀ। ਤੇ ਜਦੋਂ ਆਪਾਂ ਇਹ ਗੱਲਾਂ ਸੁਣ ਰਹੇ ਹਾਂ, ਜਿਵੇਂ ਮੈਂ ਬੋਲ ਰਹੀ ਸੀ, ਮੈਂ ਦੇਖ ਰਹੀ ਸੀ ਬਹੁਤ ਸਾਰੇ ਸਟੂਡੈਂਟਸ ਤੋਂ, ਉਹਨਾਂ ਦੀਆਂ ਆਈਜ਼ ਦੇ ਵਿੱਚ ਐਂ ਹੋ ਰਿਹਾ ਸੀ ਵੀ ਕਿਸ ਤਰੀਕੇ ਦੇ ਨਾਲ ਇੰਨੀ 19 ਸਾਲ ਦੀ, ਮਹਿਜ਼ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਇਦਾਂ ਦੀ ਸੋਚ ਸੀ ਤੇ ਇਨ ਕੰਟਰੀ ਦੇ ਇੰਨਾ ਵੱਡਾ ਉਹਨਾਂ ਨੇ ਰਿਵੋਲਟ ਖੜਾ ਕਰਤਾ ਤੇ ਆਪਾਂ ਕੀ ਨਹੀਂ ਕਰ ਸਕਦੇ। ਸੋ ਇੱਕ ਜਿਹੜਾ ਪੈਟਰੀਓਟਿਜ਼ਮ ਹੈ, ਇੱਕ ਦੇਸ਼ ਭਗਤੀ ਦੀ ਭਾਵਨਾ ਹੈ, ਜਾਂ ਜੋ ਆਜ਼ਾਦੀ ਉਹ ਸਾਨੂੰ ਦੇ ਗਏ ਨੇ, ਉਸ ਆਜ਼ਾਦੀ ਨੂੰ ਕਿਵੇਂ ਸਾਂਭ ਕੇ ਰੱਖਣਾ ਹੈ, ਇਹ ਉਹਨਾਂ ਦੀਆਂ ਸਟੋਰੀਜ਼, ਉਹਨਾਂ ਦੇ ਜਜ਼ਬੇ ਜਿਹੜੇ ਹੈ ਉਹ ਵੀ ਸਾਨੂੰ ਇਹ ਸਿਖਾਉਂਦੇ ਨੇ। ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੇ ਅੰਦਰ ਇਹ ਜਿਹੜੀ ਲੋ ਹੈ, ਚਿੰਗਾਰੀ ਹੈ, ਇਹ ਹਮੇਸ਼ਾ ਜ਼ਿੰਦਾ ਰਹੇਗੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਮੈਮ, ਤੁਸੀਂ ਬਹੁਤ ਹੀ ਡੂੰਘਾਈ 'ਚ ਤੇ ਬੜੀ ਡਿਟੇਲ ਵਿੱਚ ਸਾਰੇ ਬੱਚਿਆਂ ਤੱਕ ਤੇ ਸਾਡੇ ਤੱਕ ਵੀ ਉਹ ਗੱਲਾਂ ਦਸੀਆਂ ਜਿਹਦੇ ਬਾਰੇ ਸਾਨੂੰ ਆਮ ਤੌਰ ਤੇ ਪੜ੍ਹਦੇ ਹਾਂ, ਲੇਕਿਨ ਦਿਮਾਗ ਵਿੱਚ ਅੱਜ ਚੰਗੀ ਤਰ੍ਹਾਂ ਗੱਲ ਵਾਸ ਕਰ ਗਈ ਤੇ ਅੱਗੇ ਵੀ ਗੱਲਾਂ ਯਾਦ ਰੱਖਾਂਗੇ ਕਿ ਇਹਦੀ ਇੱਕ ਇਮੋਸ਼ਨਲ ਇਫੈਕਟ ਇਹਦਾ ਕੀ ਹੈ ਤੇ ਇਹਦਾ ਫੈਕਚੁਅਲ ਇਫੈਕਟ ਕੀ ਹੈ। ਇਮੋਸ਼ਨਲ ਇਫੈਕਟ ਕੀ ਹੈ ਕਿ ਵੀ ਇਹੋ ਜਿਹੀ ਸ਼ਹਾਦਤ ਇੰਨੀ ਛੋਟੀ ਉਮਰ 'ਚ ਜਦ ਹੋ ਜਾਏ, ਵਾਕਈ ਹੀ ਆ ਦਿਲ 'ਚ ਇੱਕ ਚੀਜ਼ ਪੈਦਾ ਕਰਦੀ ਹੈ, ਇੱਕ ਜਜ਼ਬਾ ਵੀ ਪੈਦਾ ਕਰਦੀ ਹੈ ਕਿ ਵੀ ਇਹੋ ਜਿਹੇ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ ਹਰ ਇੱਕ ਇਨਸਾਨ ਵਿੱਚ ਜੋ ਦੇਸ਼ ਨਾਲ ਪਿਆਰ ਕਰਦਾ। ਤੇ ਫੈਕਚੁਅਲ ਤਾਂ ਵੀ ਹੈ ਕਿਉਂਕਿ ਪੜ੍ਹਨ ਵਾਲੇ ਬੱਚੇ ਹੈ, ਸਭ ਅਕੈਡਮਿਕਸ ਨਾਲ ਜੁੜੇ ਹੈ, ਇਹਨਾਂ ਨੂੰ ਫੈਕਟਸ ਵੀ ਅੱਜ ਕਲੀਅਰ ਹੋ ਗਏ ਕਿ ਕਿਹੜਾ ਇਵੈਂਟ ਕਿਹੜੀ ਤਰੀਕ ਨੂੰ ਕਦੋਂ ਹੋਇਆ ਸੀਗਾ, ਤੇ ਇਹਨਾਂ ਨੂੰ ਲੜੀਵਾਰ ਹਿਸਟਰੀ ਜੋ ਪੜ੍ਹਦੇ ਆ ਬੱਚੇ ਉਹਨਾਂ ਨੂੰ ਗੱਲ ਜੋੜਨੀ ਵੀ ਆ ਜਾਏਗੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਦਿਵਿਆ ਜੋਤੀ ਦਾ। ਹੁਣ ਮੈਂ ਜਿਹੜੇ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ, ਜਿਨ੍ਹਾਂ ਨੇ ਆਪਣੇ ਨਾਂ ਲਿਖਾਏ ਹੈ, ਉਹਨਾਂ ਚੋਂ ਸਭ ਤੋਂ ਪਹਿਲੇ ਸੱਦਾ ਦੇਣ ਜਾ ਰਿਹਾ ਹਾਂ ਤਨ ਸਿੰਘ, BA ਫਸਟ ਈਅਰ, ਉਹ ਆਪਣੇ ਵਿਚਾਰ ਰੱਖਣਗੇ। ਅਤੇ ਮੇਰੇ ਪਿਆਰੇ ਵਿਦਿਆਰਥੀਓ, ਸਾਥੀਓ, ਅੱਜ ਮੈਂ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਜੀਵਨ ਨਾਲ ਕੀ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਬਾਰੇ ਬੋਲਣ ਜਾ ਰਿਹਾ। ਅੰਗਰੇਜ਼ਾਂ ਦੇ ਦਫ਼ਤਰਾਂ ਦੇ ਬਾਹਰ ਲਿਖਿਆ ਹੁੰਦਾ ਸੀ, ਡੌਗਸ ਐਂਡ ਇੰਡੀਅਨ ਆਰ ਨੋਟ ਅਲਾਉਡ, ਕੁੱਤੇ ਅਤੇ ਭਾਰਤੀ ਅੰਦਰ ਨਹੀਂ ਆ ਸਕਦੇ। ਇਸ ਤਰ੍ਹਾਂ ਸਾਡੇ ਭਾਰਤੀਆਂ ਨੂੰ ਜਲੀਲ ਕੀਤਾ ਜਾਂਦਾ ਸੀ। ਇਹ ਹਾਲ ਸਾਡੇ ਆਪ ਦੇ ਮੁਲਕ ਦੇ ਅੰਦਰ ਸੀ ਸਾਡਾ। ਅਸੀਂ ਸਰੀਰਕ ਤੌਰ ਤੇ ਇੰਨੇ ਗੁਲਾਮ ਸੀ, ਅਸੀਂ ਭੋਰਾ ਵੀ ਉੱਠ ਨਹੀਂ ਸੀ ਸਕਦੇ ਅੰਗਰੇਜ਼ਾਂ ਦੇ ਖਿਲਾਫ। ਉਸ ਟਾਈਮ 'ਚ 1913 ਨੂੰ ਜਦੋਂ ਕੈਨੇਡਾ ਤੇ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਨੇ ਉਧਰ ਜਲੀਲਤਾ ਵੇਖੀ ਬਈ ਦੇਸ਼ ਲਈ ਪਿਆਰ ਕੀ ਹੁੰਦਾ ਹੈ, ਆਜ਼ਾਦੀ ਕੀ ਹੁੰਦੀ ਹੈ, ਤਾਂ ਉਹਨਾਂ ਨੇ ਸੈਨ ਫਰਾਂਸਿਸਕੋ ਕੇਂਦਰ ਬਣਾਇਆ ਆਪਦਾ ਅਮਰੀਕਾ 'ਚ ਤੇ ਗਦਰ ਪਾਰਟੀ ਦੀ ਨੀਂਹ ਰੱਖੀ। ਉਸ ਟਾਈਮ ਕਰਤਾਰ ਸਿੰਘ ਸਰਾਭਾ ਜੀ ਮਾਤਰ 16 ਸਾਲਾਂ ਦੇ ਸੀਗੇ। ਉਹਨਾਂ ਨੇ ਆਪਦਾ ਵਡਮੁੱਲਾ ਯੋਗਦਾਨ ਦਿੱਤਾ ਪਾਰਟੀ ਨੂੰ। ਕਰਤਾਰ ਸਿੰਘ ਸਰਾਭਾ ਜੀ ਨੇ 2 ਸਾਲ ਪਾਰਟੀ 'ਚ ਕੰਮ ਕੀਤਾ, 5 ਮਹੀਨੇ ਇੱਧਰ ਕੀਤਾ ਕੰਮ ਇੰਡੀਆ 'ਚ, ਬਾਕੀ ਉੱਧਰ ਅਮਰੀਕਾ ਵਿੱਚ ਕੰਮ ਕੀਤਾ। ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 24 ਮਈ 1896 ਈਸਵੀ ਨੂੰ ਸਰਾਭਾ ਪਿੰਡ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਪਿਤਾ ਮੰਗਲ ਸਿੰਘ ਜੀ, ਉਹ ਉਹਨਾਂ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਗੁਜ਼ਰ ਗਏ ਸੀ ਤੇ ਉਹਨਾਂ ਦੇ ਦਾਦਾ ਬਚਨ ਸਿੰਘ ਜੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ। ਉਹ ਚਾਹੁੰਦੇ ਸੀ ਕਰਤਾਰ ਸਿੰਘ ਸਰਾਭਾ ਇੱਕ ਵੱਡਾ ਹੋ ਕੇ ਵੱਡਾ ਅਫਸਰ ਬਣੇ। 8ਵੀਂ ਤੱਕ ਉਹਨਾਂ ਨੇ ਮਾਲਵਾ ਖਾਲਸਾ ਸਕੂਲ ਜ਼ਿਲ੍ਹਾ ਲੁਧਿਆਣਾ ਉੱਥੇ ਆਪਣੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਚਾਚਾ ਜੀ ਉੜੀਸਾ ਵਿੱਚ ਰਹਿੰਦੇ ਸਨ, ਉੱਥੇ ਉਹਨਾਂ ਨੇ ਯੂਨੀਵਰਸਿਟੀ ਵਿੱਚ 10ਵੀਂ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਲਈ ਅਮਰੀਕਾ ਚਲੇ ਗਏ। ਕੈਲੀਫੋਰਨੀਆ ਯੂਨੀਵਰਸਿਟੀ 'ਚੋਂ ਉਹਨਾਂ ਨੇ ਰਸਾਇਣਿਕ ਭੌਤਿਕ ਰਸਾਇਣਿਕ ਵਿਸ਼ੇ 'ਚ ਪਾਸ ਕੀਤੀ। ਕਰਤਾਰ ਸਿੰਘ ਸਰਾਭਾ ਜੀ ਬੜੀ ਹੀ ਨਿੱਕੀ ਉਮਰ ਵਿੱਚ ਸੰਘਰਸ਼ਸ਼ੀਲ ਸਨ। ਇੱਕ ਵਾਰ ਸੋਹਣ ਸਿੰਘ ਭਗਣਾ ਜੀ ਜੋ ਗਦਰ ਪਾਰਟੀ ਦੇ ਨੇਤਾ ਸਨ ਤੇ ਸਕੱਤਰ ਲਾਲਾ ਹਰਦਿਆਲ ਜੀ, ਤੇ ਉਹਨਾਂ ਨੇ ਆਖਿਆ ਵੀ ਆਪਾਂ ਜਹਾਜ਼ ਕਿਹੜੇ ਤਰੀਕੇ ਨਾਲ ਇੱਥੇ ਲਿਆਈਏ। ਕਰਤਾਰ ਸਿੰਘ ਸਰਾਭਾ ਜੀ ਨੇ ਪਹਿਲਾਂ ਹੀ ਜਹਾਜ਼ ਉੱਥੇ ਲਾਤਾ ਸੀ ਬੰਨੇ, ਅਤੇ ਉਹਨਾਂ ਨੂੰ ਡਰਾਈਵਰੀ ਵੀ ਆਉਂਦੀ ਸੀਗੀ।
ਉਹਨਾਂ ਨੇ ਹਥਿਆਰ ਲੱਦ ਕੇ ਸਾਰਾ ਆਪਦਾ ਬੰਦੋਬਸਤ ਕਰਕੇ ਇੱਧਰ ਆ ਗਏ। ਫਿਰ ਉਹ ਰਾਸ ਬਿਹਾਰੀ ਬੋਸ ਨਾਲ ਹਫ਼ਤਾਵਾਰੀ ਸਿਲਸਿਲਾ ਗਦਰੇ ਗੂੰਜ ਛਾਪਦੇ ਰਹੇ, ਜਿਹਦੇ ਨਾਲ ਛਾਉਣੀਆਂ 'ਚੋਂ ਜਾਂਦੇ ਸੀਗੇ। ਆਕਰਸ਼ਿਤ ਕਰਕੇ ਜਿਹੜੇ ਆਪਣੇ ਭਾਰਤੀ ਸੈਨਿਕ ਸੀ ਉਹਨਾਂ ਨੂੰ ਵਿਦਰੋਹ ਦੀ ਨੀਤੀ ਨਾਲ ਕਹਿੰਦੇ ਸੀ ਵੀ ਆਪਾਂ ਅੰਗਰੇਜ਼ਾਂ ਦੇ ਖਿਲਾਫ ਖੜਾ ਹੋਣਾ, ਤੁਸੀਂ ਅੰਗਰੇਜ਼ਾਂ ਦੇ ਅੰਡਰ ਹੈ, ਆਪਾਂ ਉੱਠ ਕੇ ਆਜ਼ਾਦੀ ਦਿਵਾਉਣੀ ਹੈ ਦੇਸ਼ ਨੂੰ। ਪਰ ਕਿਰਪਾਲ ਸਿੰਘ ਨਾਂ ਦੇ ਇੱਕ ਸਿਪਾਹੀ ਨੇ ਗਰਦਾਰੀ ਕਰਤੀ। 21 ਫਰਵਰੀ 1915 ਨੂੰ ਗਦਰ ਫੇਲ ਹੋ ਗਿਆ। ਕਰਤਾਰ ਸਿੰਘ ਸਰਾਭਾ ਜੀ, ਹਰਨਾਮ ਸਿੰਘ ਜੀ ਤੇ ਜਗਤ ਸਿੰਘ ਜੀ ਅਫਗਾਨਿਸਤਾਨ ਕੰਨੀ ਨੂੰ ਨਿਕਲ ਗਏ। ਉਹਨਾਂ ਨੇ ਆਖਿਆ ਵੀ ਅਸੀਂ ਆਪਦੇ ਦੂਜੇ ਸਾਥੀਆਂ ਨੂੰ ਛੁਡਾ ਲਾਂਗੇ, ਪਰ ਉਹ 24 ਜਿਹੜੇ ਸੀਗੇ ਅਫਸਰ ਉਹਨਾਂ ਨੂੰ ਭਟਕਾਉਣ ਦੇ ਜ਼ੁਲਮ 'ਚ ਉੱਥੇ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਮੁਕੱਦਮਾ ਚੱਲਿਆ। 6 ਉਹਨਾਂ ਦੇ ਸਾਥੀਆਂ ਨੂੰ ਹੋਰਾਂ ਨੂੰ ਉਹਨਾਂ ਦੇ ਨਾਲ ਫਾਂਸੀ ਦੀ ਸਜ਼ਾ ਹੋਈ। 16 ਨਵੰਬਰ 1915 ਨੂੰ 24 ਗਦਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ 17 ਨੂੰ ਸਜ਼ਾਏ ਮੌਤ ਕਾਲੇ ਪਾਣੀ ਦੀ ਦੇ ਦਿੱਤੀ ਗਈ। ਕਾਲੇ ਪਾਣੀ ਵੀ ਇੱਕ ਆਪਦਾ ਵੱਡਾ ਇਤਿਹਾਸ ਰੱਖਦਾ ਗਾ। 7 ਦੇਸ਼ ਭਗਤਾਂ ਨੂੰ ਅੱਜ ਦੇ ਦਿਨ ਸ਼ਹੀਦੀ ਮਿਲੀ। ਕਰਤਾਰ ਸਿੰਘ ਸਰਾਭਾ ਜੀ, ਬਖਸ਼ੀਸ਼ ਸਿੰਘ, ਜਗਤ ਸਿੰਘ, ਹਰਨਾਮ ਸਿੰਘ, ਸਰੈਣ ਸਿੰਘ ਪਹਿਲਾ, ਸਰੈਣ ਸਿੰਘ ਦੂਜਾ ਅਤੇ ਗਣੇਸ਼ ਪਿੰਗਲੇ ਨੂੰ ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦੀ ਦਿੱਤੀ ਗਈ। ਸਾਨੂੰ ਉਹਨਾਂ ਨੂੰ ਆਪਦੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਸਾਨੂੰ ਜਿਹੜੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹਨਾਂ ਦੀ ਬਦੌਲਤ ਹੈ। ਹੱਸਦੇ ਹੱਸਦੇ ਉਹ ਫਾਂਸੀ ਦੇ ਫੰਦੇ ਤੇ ਚੜ੍ਹ ਗਏ। ਹਿੰਦ ਵਾਸੀਓ ਰੱਖਣਾ ਜਾ ਸਾਨੂੰ ਦਿਲਾਂ ਵਿੱਚੋਂ ਨਾ ਕਦੇ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ। ਜਦੋਂ ਵੀ ਵਤਨ ਨੂੰ ਲੋੜ ਪਈ ਸਾਡੀ ਤਾਂ ਸਾਨੂੰ ਦੇਖ ਕੇ ਕੁਰਬਾਨੀ ਦੇ ਜਾਣਾ। ਇਹ ਕਹਿ ਕੇ ਉਹ ਹੱਸਦੇ ਹੱਸਦੇ ਨਿੱਕੀ ਜਿਹੀ ਉਮਰ ਵਿੱਚ ਅੱਜ ਦੇ ਦਿਨ ਫਾਂਸੀ ਉੱਤੇ ਚੜ੍ਹ ਗਏ। ਪਰ ਜਿਹੜੇ ਵਕੀਲ ਸੀ ਉਹਨਾਂ ਨੇ ਅਪੀਲ ਪਾਈ ਬਈ ਇਹਨਾਂ ਦੀ ਉਮਰ ਸਭ ਤੋਂ ਨਿੱਕੀ ਆ। ਜੱਜ ਜੀ ਨੇ ਵੀ ਕਿਹਾ ਵੀ ਆਪਦੇ ਜਿਹੜੇ ਤੁਸੀਂ ਬਿਆਨ ਦਿੱਤੇ ਆ ਉਹਨਾਂ 'ਚ ਸੋਧ ਕਰ ਲਓ, ਪਰ ਉਹ ਇੱਕੋ ਗੱਲ ਤੇ ਅੜੇ ਰਹੇ ਬਈ ਅਸੀਂ ਆਪਦਾ ਕੰਮ ਇਹ ਬਹਾਦਰੀ ਨਾਲ ਕੀਤਾ, ਅਸੀਂ ਕੋਈ ਝੂਠ ਦਾ ਸਹਾਰਾ ਲੈ ਕੇ ਆਪਦੀ ਜਾਨ ਨਹੀਂ ਬਚਾਉਣੀ। 7 ਪੇਜਾਂ ਦਾ ਉਹ ਚਿੱਠਾ ਸੀਗਾ ਤੇ ਉਹਦੇ ਵਿੱਚ ਜੱਜ ਨੇ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਜੀ ਨੂੰ ਦੱਸਿਆ ਵੀ ਇੰਨੀ ਛੋਟੀ ਉਮਰ ਹੈ। ਜਦੋਂ ਉਹ ਗ੍ਰਿਫਤਾਰ ਨਹੀਂ ਹੋਏ ਸੀਗੇ, ਸੋਹਣ ਸਿੰਘ ਭਗਣਾ ਜੀ ਕਹਿੰਦੇ ਅੱਜ ਮੇਰਾ ਸਰਾਭਾ ਮੈਨੂੰ ਮਿਲ ਜੇ ਤਾਂ ਮੇਰੀ ਜੂਨ ਸੁਧਰ ਜੇ, ਬਈ ਮੈਂ ਆਪਦੇ ਆਪ ਦੀ ਆਤਮਾ ਨੂੰ ਸ਼ਾਂਤੀ ਮਹਿਸੂਸ ਕਰੂੰਗਾ, ਕਿਉਂਕਿ ਮੈਂ ਤਾਂ ਕਾਲੇ ਪਾਣੀ ਵਿੱਚ ਜਾ ਵੜਨਾਗਾ। ਕਾਲੇ ਪਾਣੀ ਅੰਡੇਮਾਨ ਨਿਕੋਬਾਰ 'ਚ ਜੇਲ੍ਹ ਸੀਗੀ ਅੰਗਰੇਜ਼ਾਂ ਦੀ। ਉੱਥੇ ਬਹੁਤ ਭਾਰਤੀਆਂ ਨਾਲ ਜ਼ੁਲਮ ਢਾਏ ਜਾਂਦੇ ਸੀ। ਜਿਹੜੇ ਆਜ਼ਾਦੀ ਦੀ ਲੜਾਈ ਕਰਦੇ ਸੀਗੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਸੀ। ਤਾਂ ਜਿਹੜਾ ਰਸ਼ਕਾ ਉਹ ਚਲਾ ਰਹੇ ਸੀ ਉਹਦੇ 'ਚ ਸਰਾਭਾ ਸੀਗਾ ਚਲਾ ਰਿਹਾ, ਤੇ ਉਹ ਇਸ ਤਰ੍ਹਾਂ ਉਹਨਾਂ ਦੀ ਮੁਲਾਕਾਤ ਹੋਈ। ਕਰਤਾਰ ਸਿੰਘ ਸਰਾਭਾ ਜੀ ਆਜ਼ਾਦੀ ਲਈ ਇੰਨੇ ਪ੍ਰੇਰਿਤ ਹੋਏ। ਉਹਨਾਂ ਦੇ ਚਾਚਾ ਦੀ ਗੁੜੀਆ ਸੀਗੀ, ਉਹ ਕਹਿੰਦੀ ਇਹਨਾਂ 'ਚੋਂ ਝੰਡਾ ਦੱਸ ਆਪਣੇ ਦੇਸ਼ ਦਾ ਕਿਹੜਾ ਹੈਗਾ। ਉਹ 'ਚ ਕਾਫੀ ਦੇਸ਼ਾਂ ਦੇ ਝੰਡੇ ਸੀਗੇ। ਉਦੋਂ ਆਪਣੇ ਦਾ ਗ੍ਰੇਟ ਬ੍ਰਿਟਨ ਦਾ, ਇੰਗਲੈਂਡ ਦਾ ਝੰਡਾ ਝੂਲਦਾ ਸੀਗਾ। ਉਹਨਾਂ ਨੇ ਉਹਦੇ ਤੇ ਹੱਥ ਧਰਤਾ ਵੀ ਆਹ ਝੰਡਾ, ਉਹਨੇ ਕਹਲਿਆ ਆਪਣਾ ਤਾਂ ਦੇਸ਼ ਹੀ ਨਹੀਂ ਆਜ਼ਾਦ ਹੋਇਆ, ਆਪਣਾ ਕਿੱਥੋਂ ਝੰਡਾ ਆਊਗਾ। ਇੱਥੋਂ ਉਹਨਾਂ ਦਾ ਇੰਨਾ ਰੋਹ ਜਾਗਿਆ, ਉਹ ਆਜ਼ਾਦੀ ਲਈ ਪ੍ਰੇਰਿਤ ਹੋ ਗਏ। ਇਸ ਤਰ੍ਹਾਂ ਉਹਨਾਂ ਨੇ ਦੇਸ਼ ਲਈ ਸ਼ਹੀਦੀ ਦਿੱਤੀ। ਸਾਨੂੰ ਉਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਣਾ ਚਾਹੀਦਾ। ਇਤਿਹਾਸ ਸਾਡੀਆਂ ਨੀਹਾਂ। ਧੰਨਵਾਦ। ਬਹੁਤ ਹੀ ਦਿਲ ਦੀਆਂ ਗਹਿਰਾਈਆਂ 'ਚੋਂ ਤੇ ਬੜਾ ਹੀ ਵੈਲ ਰਿਸਰਚ ਆਰਟੀਕਲ ਧੰਨ ਸਿੰਘ ਨੇ ਪੜ੍ਹਿਆ। ਜੇ ਮੈਂ ਕਹਾਂ ਕਿ ਵੀ ਇਸ ਪ੍ਰੋਗਰਾਮ ਦਾ ਇਨੀਸ਼ੀਏਟਿਵ ਕਿਸੇ ਬੱਚੇ ਨੇ ਲਿੱਤਾ ਹੈ ਤੇ ਉਹ ਵੀ ਧੰਨ ਸਿੰਘ ਨੂੰ ਇਹਦਾ ਕ੍ਰੈਡਿਟ ਜਾਂਦਾ ਹੈ। ਉਹਨੇ ਹੀ ਸਾਨੂੰ ਇਸ ਗੱਲ ਵਾਸਤੇ ਪ੍ਰੇਰਿਤ ਕੀਤਾ ਹੈ, ਯਾਦ ਕਰਾਇਆ ਹੈ ਕਿ ਵੀ ਸਰ ਆਪਾਂ ਨੂੰ ਆਹ ਦਿਨ ਮਨਾਉਣਾ ਚਾਹੀਦਾ, ਕਿਉਂਕਿ ਅਸੀਂ ਤੇ ਸਭ ਕੁਝ ਬੱਚਿਆਂ ਤੇ ਗੱਲ ਛੱਡੀ ਹੈ। ਜਿਵੇਂ ਬੱਚੇ ਹੁੰਗਾਰਾ ਭਰਨਗੇ, ਜਿਹੋ ਜਿਹੀ ਰੁਚੀ, ਜਿਹੋ ਜਿਹਾ ਇੰਟਰਸਟ ਦਿਖਾਉਣਗੇ, ਅਸੀਂ ਕਾਲਜ ਨੂੰ ਉਸ ਉਸਾਰੂ ਦਿਸ਼ਾ 'ਚ ਲੈ ਜਾਂਦੇ ਹਾਂ। ਤੇ ਇਹੋ ਜਿਹੇ ਬੱਚੇ ਸਾਡੇ ਵਾਸਤੇ ਵਾਕਈ ਹੀ ਇੱਕ ਮੋਟੀਵੇਸ਼ਨ ਦਾ ਕੰਮ ਵੀ ਕਰਦੇ ਹੈ ਕਿ ਅਸੀਂ ਹੋਰ ਵਧੀਆ ਆਪਣੇ ਬੱਚਿਆਂ ਵਾਸਤੇ ਕੰਮ ਕਰ ਸਕਦੇ ਹਾਂ। ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਧੰਨ ਸਿੰਘ ਦਾ। ਨਾ ਸਿਰਫ ਇਹਨੇ ਆਪਣੀ ਸਪੀਚ ਰਾਹੀਂ ਕੰਟਰੀਬਿਊਟ ਕੀਤਾ, ਬਟ ਇਹੋ ਜਿਹੀ ਉਸਾਰੂ ਚੀਜ਼ਾਂ 'ਚ ਸਾਨੂੰ ਜੋ ਹੈ ਗੱਲਾਂ ਯਾਦ ਵੀ ਕਰਾਉਂਦਾ ਰਹਿੰਦਾ ਹੈ। ਇਹੋ ਜਿਹੇ ਬੱਚੇ, ਇਹੋ ਜਿਹੇ ਵਿਦਿਆਰਥੀ ਸਾਡੇ ਵਾਸਤੇ ਵਾਕਈ ਹੀ ਇੱਕ ਕਹਿ ਲਓ ਇੱਕ ਖਜ਼ਾਨਾ ਨੇ।
ਹੁਣ ਮੈਂ ਇਸ ਤੋਂ ਬਾਅਦ ਅਗਲਾ ਬੱਚਾ ਜਿਹਨੂੰ ਸੱਦਾ ਦੇਣ ਜਾ ਰਹੇ ਹਾਂ ਉਹ ਹੈ ਮਨਿਤ ਗੋਇਲ, BA ਸੈਕੰਡ ਈਅਰ, ਜੋ ਕਿ ਆਪਣੀ ਇੱਕ ਕਵਿਤਾ ਪੜ੍ਹੇਗਾ। ਤੇਰੀ ਸ਼ਹਾਦਤ ਨੇ ਪੰਜਾਬ ਦਾ ਵਧਾਇਆ ਮਾਨ ਕਰਤਾਰ ਸਿੰਘਾ, ਤੇਰੀ ਸ਼ਹਾਦਤ ਨੇ ਪੰਜਾਬ ਦਾ ਵਧਾਇਆ ਮਾਨ ਕਰਤਾਰ ਸਿੰਘਾ, ਤੇਰੀ ਕੁਰਬਾਨੀ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਤਾਰ ਸਿੰਘਾ, ਤੇਰੀ ਕੁਰਬਾਨੀ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਤਾਰ ਸਿੰਘਾ। ਤੇ ਅਗਲਾ ਸੱਦਾ ਮੈਂ ਦੇਣ ਜਾ ਰਿਹਾ ਹਾਂ ਗਗਨਦੀਪ ਸਿੰਘ, BA ਫਾਈਨਲ। ਸਤਿਕਾਰਯੋਗ ਵਿਦਿਆਰਥੀ ਦੋਸਤੋ ਤੇ ਅਧਿਆਪਕ ਸਹਿਬਾਨ, ਅੱਜ ਦੀ ਜਿਹੜੀ ਮੈਂ ਗੱਲਬਾਤ ਕਰੂੰਗਾ ਤੁਹਾਡੇ ਨਾਲ ਕਰਤਾਰ ਸਿੰਘ ਸਰਾਭੇ ਬਾਰੇ, ਉਹ ਜਾਣੀ ਉਹ ਫਾਰਮਲੀ ਗੱਲਾਂ ਨਹੀਂ ਹੋਣਗੀਆਂ ਜਿਹੜੀਆਂ ਕਿਤਾਬਾਂ 'ਚ ਤੁਹਾਨੂੰ ਆਮ ਹੀ ਲਿਖਣ ਲੱਗ ਜਾਣਗਾ ਵੀ ਉਹਦਾ ਜਨਮ ਕਦੋਂ ਹੋਇਆ ਸੀ ਤੇ ਉਹਦੀ ਮੌਤ ਕਦੋਂ ਹੋਈ ਸੀ। ਜਿਹੜੀ ਮੈਂ ਗੱਲਬਾਤ ਕਰੂੰਗਾ ਉਹ ਇਹ ਗੱਲ ਕਰੂੰਗਾ ਵੀ ਜਾਣੀ ਉਹ ਕਿਸ ਗੱਲ ਨੂੰ ਲੈ ਕੇ ਚੱਲੇ ਸੀ, ਉਹਦਾ ਨਾਲ ਮਕਸਦ ਕੀ ਸੀ, ਵੀ ਜਿਹਦੇ ਕਰਕੇ ਉਹ ਫਾਂਸੀ ਦੇ ਰੱਸਿਆਂ ਤੇ ਚੜ੍ਹ ਗਏ, ਕੀ ਉਹ ਮਕਸਦ ਅੱਜ ਪੂਰਾ ਹੋ ਗਿਆ। ਵੀ ਜਾਣੀ ਇਹ ਗੱਲਬਾਤ ਇਸ ਆਲੇ ਦੁਆਲੇ ਰਹੂਗੀ ਮੇਰੀ ਗੱਲਬਾਤ ਜਿਹੜੀ ਆਏਗੀ। ਚਲੋ, ਜਿਹੜਾ ਕਰਤਾਰ ਸਿੰਘ ਸਰਾਭਾ, ਜਿਹੜੀ ਆਜ਼ਾਦੀ ਦੀ ਲੜਾਈ ਦੀ ਆਪਾਂ ਗੱਲ ਕਰਦੇ ਹਾਂ ਵੀ ਉਹ ਤੁਰੇ ਸੀ, ਉਹ ਕਰਤਾਰ ਸਿੰਘ ਸਰਾਭਾ ਨਹੀਂ ਸੀ ਇਕੱਲਾ, ਵੀ ਉਹਦੇ ਵਿੱਚ ਜਾਣੀ ਉਹਦੇ ਨਾਲ ਦੇ 7 ਸਾਥੀ ਹੋਰ ਸੀ। ਵਿਸ਼ਨੂੰ ਗਣੇਸ਼ ਪਿੰਗਲੇ ਜਿਹੜਾ ਮਹਾਰਾਸ਼ਟਰ ਦਾ ਸੀ, ਜਗਤ ਸਿੰਘ ਸੀ, ਹਰਨਾਮ ਸਿੰਘ, 2 ਸਰੈਣ ਸਿੰਘ ਤੇ 1 ਬਖਸ਼ੀਸ਼ ਸਿੰਘ ਸੀ। ਇਹ ਜਾਣੀ 7 ਜਣੇ ਸੀ। ਇਹ ਜਾਣੀ ਕਰਤਾਰ ਸਿੰਘ ਸਰਾਭਾ ਜਿਹਦੀ ਗੱਲ ਕਰਦੇ ਵੀ ਨੌਜਵਾਨ ਉਮਰ ਦੀ ਸੀ, ਇਹਦੀ 19 ਸਾਲ ਦੀ ਉਮਰ ਸੀ। ਜਾਣੀ ਇਹੋ ਜਿਹੀ ਅੱਜ ਸੋਚ ਰੱਖਦੇ ਆਪਾਂ, ਜਾਣੀ ਇਹੋ ਜਿਹੀਆਂ ਸੋਚਾਂ ਸੀ ਇੱਥੋਂ ਬਾਹਰ ਜਾਂਦਾ, ਜਿਵੇਂ ਆਈਲੈਟਸ ਕਰਕੇ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਇੱਥੋਂ ਮੁਲਕ ਤੋਂ, ਜਾਣੀ ਐਂ ਵੀ ਇੱਧਰੋਂ ਜਦੋਂ ਇਹਨਾਂ ਨੂੰ ਕੁਛ ਦਿਖਦਾ ਨਹੀਂ ਇੱਥੇ ਬਣਦਾ, ਉਹ ਜਾਣੀ ਫਿਰ ਇੱਧਰੋਂ ਕੁਛ ਉਹਨਾਂ ਨੂੰ ਨਾ ਬਣਦਾ ਦਿਸਦਾ ਕਰਕੇ ਉਹ ਵੀ ਜਾਣੀ ਇੱਥੋਂ ਬਾਹਰ ਗਿਆ। 16 ਸਾਲ ਦੀ ਉਮਰ ਦੇ ਵਿੱਚ ਉਹ ਬਾਹਰ ਗਿਆ। ਉੱਥੇ ਜਾਣੀ ਫਿਰ ਜਦੋਂ ਦੇਖਦਾ ਵੀ ਉੱਥੇ ਬਾਹਰ ਜਾ ਕੇ ਵੀ ਜਦੋਂ ਉਹਨੂੰ ਪੁੱਛਦੇ ਵੀ ਤੇਰੇ ਦੇਸ਼ ਦਾ ਝੰਡਾ ਕਿਹੜਾ, ਵੀ ਜਾਣੀ ਉੱਥੇ ਉਹਦਾ ਦੇਸ਼ ਦਾ ਝੰਡਾ ਹੀ ਕੋਈ ਨਹੀਂ ਸੀ। ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਨੇ ਜਾਣੀ ਨਮੋਛੀ ਹੁੰਦੀ ਹੈ, ਨਮੋਛੀ ਦੀ ਹਾਲਤ 'ਚ ਬਹੁਤ ਉੱਥੇ ਰਹਿੰਦਾ। ਇਹ ਤੋਂ ਬਾਅਦ ਜਾਣੀ ਗੁਲਾਮਾਂ ਨਾਲ ਜਿਹੜੇ ਹੋਰ ਮੁਲਕ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ, ਜਿਹੜੇ ਉੱਥੋਂ ਜਾਂਦੇ ਸੀਗੇ ਗੁਲਾਮ, ਵੀ ਜਾਣੀ ਉਹਨਾਂ ਨਾਲ ਬਹੁਤ ਭੈੜੀ ਹਾਲਤ ਕੀਤੀ ਜਾਂਦੀ ਸੀ ਉੱਥੋਂ ਦੇ ਜਿਹੜੇ ਉਹ ਸੀ। ਤੇ ਜਿਹੜੀ ਆਪਾਂ ਲੜਾਈ ਦੀ ਵੀ ਗੱਲ ਕਰਦੇ ਹਾਂ ਵੀ ਅੰਗਰੇਜ਼ਾਂ ਨਾਲ ਲੜਾਈ ਸੀ, ਇਹਦੇ 'ਚ ਵੀ ਜਾਣੀ ਫਰਕ ਕਰਨ ਦੀ ਲੋੜ ਆ। ਇੱਕ ਅੰਗਰੇਜ਼ ਆਮ ਲੋਕ ਤੇ ਇੱਕ ਅੰਗਰੇਜ਼ ਉਹ ਲੋਕ ਸਾਮਰਾਜੀਏ, ਜਿਹੜੇ ਜਾਣੀ ਤਕੜੇ ਵਪਾਰੀ ਸੀ, ਜਿਹੜੇ ਤਕੜੇ ਜਾਣੀ ਪੋਲੀਟੀਕਲ ਬੰਦੇ ਸੀ। ਵੀ ਜਿਹਦੇ ਵਿੱਚ ਫਰਕ ਕਰਨ ਦੀ ਲੋੜ ਆ ਵੀ ਅੰਗਰੇਜ਼ਾਂ ਦੇ ਵਿੱਚ ਵੀ ਜਾਣੀ ਬਹੁਤ ਕੈਟਾਗਰੀਆਂ ਅੱਡ ਵੀ ਇੱਕ ਤਾਂ ਆਮ ਲੋਕ ਜਾਣੀ ਜਿਹੜੇ ਉੱਥੋਂ ਦੇ ਮਜ਼ਦੂਰ ਕਿਸਾਨ ਸੀ, ਉਹ ਲੋਕ ਸੀ ਜਾਣੀ ਉਹਨਾਂ ਤੇ ਅਤਿਆਚਾਰ ਕਰਦੇ ਸੀ। ਨਹੀਂ, ਇੱਥੇ ਫਰਕ ਕਰਨ ਦੀ ਲੋੜ ਆ ਥੋੜੀ ਜਿਹੀ ਵੀ ਉਹ ਲੋਕ ਸੀ ਜਿਹੜੇ ਇਸ ਗੱਲ ਨੂੰ ਲੈ ਕੇ ਚੱਲੇ ਸੀ ਵੀ ਜਾਣੀ ਦਬਾ ਕੇ ਇੱਥੋਂ ਦੇ ਮੁਲਕ ਦੇ ਵਿੱਚੋਂ ਜਿਹੜੇ ਮਾਲ ਖਜ਼ਾਨੇ ਲੁੱਟਦੇ ਸੀ, ਇੱਥੋਂ ਦੇ ਜਿਹੜੀ ਮਤਲਬ ਕਿ ਜਿਹੜੇ ਇੱਥੋਂ ਦੇ ਕੁਦਰਤੀ ਸੋਮਿਆਂ ਦੇ ਉੱਤੇ ਜਿਹੜੀ ਲੁੱਟ ਕਰਨੀ ਸੀ, ਵੀ ਜਾਣੀ ਉਹ ਲੋਕ ਸੀ। ਉਹਨਾਂ ਤੋਂ ਜਾਣੀ ਉਹ ਨਫ਼ਰਤ ਖਾਂਦਾ ਸੀ, ਸਾਰੇ ਅੰਗਰੇਜ਼ਾਂ ਤੋਂ ਨਫ਼ਰਤ ਨਹੀਂ ਸੀ ਖਾਂਦਾ। ਇਸ ਗੱਲ ਨੂੰ ਲੈ ਕੇ ਜਾਣੀ ਉਹ ਜਦੋਂ ਵਾਪਸ ਆਏ ਵੀ ਜਾਣੀ ਮੁਲਕ ਵੀ ਜਾਣੀ ਸਾਡਾ ਤਾਂ ਦੇਸ਼ ਹੀ ਕੋਈ ਨਹੀਂ, ਉੱਥੇ ਜਾ ਕੇ ਵੀ ਜਾਣੀ ਉੱਥੇ ਜਾ ਕੇ ਸਾਡੀ ਹਾਲਤ ਤਾਂ ਸੁਧਰ ਜੂਗੀ, ਪਰ ਜਿਹੜੀ ਇੱਕ ਗੱਲ ਹੁੰਦੀ ਆ ਵੀ ਜਾਣੀ ਮਾਨ ਸਨਮਾਨ ਵਾਲੀ ਹੁੰਦੀ ਸੀ ਵੀ ਉਹ ਨਹੀਂ ਜਿਉ ਸਕਦੇ। ਇਸ ਕਰਕੇ ਜਾਣੀ ਉਹ ਵਾਪਸ ਇੱਥੇ ਆਉਂਦੇ ਆ। ਗਦਰ ਨਾਂ ਦਾ ਅਖਬਾਰ ਕੱਢਦੇ ਆ, ਉਹ ਜਾਣੀ ਪਾਰਟੀ ਫਿਰ ਉਹਦੇ ਤੋਂ ਜਾਣੀ ਪਾਰਟੀ ਦਾ ਨਾਂ ਵੀ ਉਹਨਾਂ ਦਾ ਗਦਰ ਪਾਰਟੀ ਪੈ ਜਾਂਦਾ। ਉਹ ਆਉਂਦੇ ਆ ਇੱਧਰ ਵੀ ਮੁਲਕ ਨੂੰ ਆਜ਼ਾਦ ਕਰਾਉਣਾ, ਤੇ ਇਸ ਗੱਲ ਨੂੰ ਲੈ ਕੇ ਜਾਣੀ ਉਹ ਪ੍ਰੋਗਰਾਮ ਦਿੰਦੇ ਆ ਅੱਡੋ ਅੱਡ। ਚਲੋ, ਇਸ ਗੱਲ ਜਾਣੀ ਇਹ ਗੱਲ ਸੀ ਜਿਹੜੀ ਗੱਲ ਸੀ। ਤੇ ਇਦੋਂ ਗਾਹਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਫਿਰ ਉਹਦਾ ਮਕਸਦ ਕੀ ਸੀ, ਮਕਸਦ ਕੀ ਲੈ ਕੇ ਚੱਲੇ ਸੀ। ਆਜ਼ਾਦੀ ਦੀ ਲੜਾਈ ਦੇ ਵਿੱਚ ਜਾਣੀ ਹੋਰ ਵੀ ਲੜ ਰਹੇ ਸੀ, ਇੱਥੇ ਕਾਂਗਰਸ ਵੀ ਲੜ ਰਹੀ ਸੀ ਆਜ਼ਾਦੀ ਨੂੰ ਲੈ ਕੇ, ਪਰ ਜਾਣੀ ਉਹਨਾਂ ਦਾ ਕੋਈ ਢੁਕਵਾਂ ਪ੍ਰੋਗਰਾਮ ਨਹੀਂ ਸੀ ਉਹਦਾ ਵੀ ਜਾਣੀ ਜਦੋਂ ਮੁਲਕ ਆਜ਼ਾਦ ਹੋ ਜਾਊਗਾ ਇਦੋਂ ਬਾਅਦ ਜਾਣੀ ਮੁਲਕ ਦੀ ਦਿਸ਼ਾ ਕੀ ਹੋਊਗੀ, ਮੁਲਕ ਦੀ ਹਾਲਤ ਕਿਹੋ ਹੋ ਜੂਗੀ, ਇੱਥੋਂ ਦਾ ਜਿਹੜੀ ਸਿੱਖਿਆ ਕਿਹੋ ਜਿਹੀ ਹੋਊਗੀ, ਇੱਥੋਂ ਦੀ ਸਿਹਤ ਕਿਹੋ ਜਿਹੀ ਹੋਊਗੀ, ਇੱਥੋਂ ਦੀ ਜਾਣੀ ਲੋਕਾਂ ਦੀ ਹਾਲਤ ਕਿਹੋ ਜਿਹੀ ਹੋਊਗੀ। ਜਾਣੀ ਇਹ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਹੋ ਜਿਹਾ। ਵੀ ਇਸ ਕਰਕੇ ਜਾਣੀ ਇਹਦਾ ਮਹੱਤਵਪੂਰਨ ਜਾਣੀ ਇਹ ਜਿਹੜੇ ਭਗਤ ਸਰਾਭੇ ਵਰਗੇ ਜਿਹੜੀ ਇਹੋ ਜਿਹੇ ਜਿਹੜੇ ਸ਼ਹੀਦ ਆ ਵੀ ਇਹਨਾਂ ਦਾ ਖਾਸ ਮਹੱਤਵ ਬਣ ਜਾਂਦਾ, ਦੂਜਿਆਂ ਦਾ ਜਾਣੀ ਥੋੜ੍ਹਾ ਜਿਹਾ ਘੱਟ ਮਹੱਤਵ ਬਣਦਾ। ਇਹਨਾਂ ਕੋਲੇ ਖਾਸ ਪ੍ਰੋਗਰਾਮ ਸੀ ਵੀ ਜਾਣੀ ਉਹ ਜਿਹੜੇ ਮਕਸਦ ਨੂੰ ਲੈ ਕੇ ਚੱਲੇ ਸੀ। ਵੀ ਜਾਣੀ ਜਿਹੜੀ ਆਪਾਂ ਅੱਜ ਵੀ ਗੱਲ ਕਰਦੇ ਆ ਵੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਆਪਾਂ, ਵੀ ਜਾਣੀ ਇਹ ਕਿਤਾਬੀ ਜਿਹੀਆਂ ਗੱਲਾਂ, ਇਹ ਫਾਰਮਲੀ ਜਿਹੀਆਂ ਗੱਲਾਂ ਭਲਾਂ ਦੇ ਤੁਸੀਂ ਇੱਥੇ ਸਾਰੇ ਬੈਠੇ ਹੋ ਵੀ ਕਿੰਨੀ ਕੁ ਜਾਣੀ ਆਪਾਂ ਗੱਲ ਕਰਦੇ ਹੁੰਦੇ ਵੀ ਜਦੋਂ ਆਜ਼ਾਦੀ ਕਿੰਨੀ ਕੁ ਆਜ਼ਾਦੀ ਜਾਣੀ ਆਪਾਂ ਮਾਣ ਰਹੇ ਹਾਂ, ਕਿੰਨੀ ਕੁ ਜਾਣੀ ਉਹ ਆਜ਼ਾਦੀ ਦਾ ਜਾਣੀ ਨਿੱਘ ਆਪਾਂ ਮਾਣ ਰਹੇ ਹਾਂ, ਵੀ ਕਿੰਨਾ ਕੁ ਫਾਇਦਾ ਜਾਣੀ ਹੋਇਆ ਉਸ ਗੱਲ ਦਾ। ਵੀ ਇਸ ਗੱਲ ਜਾਣੀ ਵੀ ਨਿਖੇੜੇ ਕਰਨ ਦੀ ਲੋੜ ਆ। ਜਿਹੜੀ 1947 ਦੀ ਆਪਾਂ ਗੱਲ ਦੀ ਜਦੋਂ ਠੀਕ ਆ ਵੀ ਉਹ ਉਸ ਗੱਲ ਨੂੰ ਲੈ ਕੇ ਚੱਲੇ ਸੀ ਆਜ਼ਾਦੀ ਨੂੰ, ਉਹ ਜਿੰਨੀ ਕੁ ਉਮਰ ਸੀ ਜਿਹੜੀ ਉਹਨਾਂ ਨੇ ਫਾਹੇ ਲਾਤਾ। ਇਹ ਤੋਂ ਬਾਅਦ ਜਾਣੀ ਭਗਤ ਸਿੰਘ ਆਇਆ, ਇਹ ਤੋਂ ਬਾਅਦ ਊਧਮ ਸਿੰਘ ਆਇਆ, ਵੀ ਜਾਣੀ ਇਹ ਚੱਲਦੀ ਗਈ ਲੜਾਈ। ਇਹ ਜਾਣੀ ਲੜਾਈ ਕਰਤਾਰ ਸਿੰਘ ਸਰਾਭੇ ਦੀ ਵੀ ਸ਼ੁਰੂ ਕੀਤੀ ਹੋਈ ਲੜਾਈ ਤਾਂ ਜਾਣੀ ਉਦੋਂ ਤੋਂ ਸ਼ੁਰੂ ਹੁੰਦੀ ਆ, ਬਾਬੇ ਨਾਨਕ ਤੋਂ ਸ਼ੁਰੂ ਹੁੰਦੀ ਆ। ਜਦੋਂ ਬਾਬਾ ਨਾਨਕ ਵੀ ਜਾਣੀ ਜਿਹੜਾ ਮਲਕ ਭਾਗੋ ਆ
ਜਾਣੀ ਉਹਦੀ ਰੋਟੀ ਨੂੰ ਜਦੋਂ ਉੱਥੇ ਦਿਖਾਉਂਦਾ ਵੀ ਤੇਰੀ ਰੋਟੀ ਤੋਂ ਵਿੱਚ ਉਹਦਾ ਖੂਨ ਆਉਂਦਾ, ਤੇਰੀ ਰੋਟੀ ਦੀ ਜਿਹੜੀ ਤੇਰੀ ਰੋਟੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਤੂੰ ਲੁੱਟ ਕੇ ਲੈ ਜਾਣਾ, ਵੀ ਇਹ ਉਹ ਰੋਟੀ ਨੂੰ ਲੱਤ ਮਾਰ ਕੇ ਤੇ ਜਾਣੀ ਉਹ ਜਿਹੜੀ ਭਾਈ ਲਾਲੋ ਦੀ ਰੋਟੀ ਨੂੰ ਜਾਣੀ ਸਵੀਕਾਰ ਕੀਤਾ ਸੀ ਵੀ ਜਾਣੀ ਉਦੋਂ ਤਾਂ ਚੱਲੀ ਆਉਂਦੀ ਲੜਾਈ ਆ। ਇਦੋਂ ਹੁਣ ਗਗਨਦੀਪ ਸਿੰਘ BA ਫਾਈਨਲ ਤੋਂ ਬਾਅਦ ਜਸ਼ਨਦੀਪ ਸਿੰਘ BA ਫਾਈਨਲ ਨੂੰ ਮੈਂ ਸੱਦਾ ਦੇਣ ਜਾ ਰਿਹਾ ਕਿ ਉਹ ਆਪਣੇ ਵਿਚਾਰ ਗਦਰੀ ਬਾਬਿਓ ਪਰਤ ਕੇ ਵੇਖਿਓ ਜੇ ਵਾਰਸ ਤੁਸਾਂ ਦੇ ਜਿਹੜੇ ਮਕਾਮ ਪਹੁੰਚੇ, ਉਹੀ ਜੂਹ ਤੇ ਸ਼ਹਿਰ ਗਰਾਂ ਉਹੀ ਪੈੜਾ ਨਾਪਦੇ ਕਦਮ ਨਿਸ਼ਾਨ ਪਹੁੰਚੇ। ਗੂੰਜ ਗਦਰ ਦੀ ਗੂੰਜਦੀ ਰਹੀ ਜਿੱਥੋਂ ਉਹਨਾਂ ਰਾਹਾਂ ਨੂੰ ਕਰਨ ਸਲਾਮ ਪਹੁੰਚੇ। ਵਣਜੇ ਤੁਸਾਂ ਦੇ ਉਸ ਵਪਾਰ ਵਿੱਚੋਂ ਵੇਖਣ ਆਪਣਾ ਨਫਾ ਨੁਕਸਾਨ ਪਹੁੰਚੇ। ਪੁੱਛਣ ਤੁਸਾਂ ਆਜ਼ਾਦੀ ਦੇ ਘੋਲ ਅੰਦਰ ਕਾਮੇ ਭਾਰਤੀ ਇਕੱਠਿਆਂ ਕਰੇ ਕਿੰਕੂ। ਸੋਹਣ ਸਿੰਘ ਤੇ ਲਾਲਾ ਹਰਦਿਆਲ ਵਰਗੇ ਹੀਰੇ ਚਾਪ ਦਾਮਣ ਵਿੱਚ ਜੜੇ ਕਿੰਕੂ। ਆਇਆ ਪੜਨ ਸਰਾਬਾਂ ਤੇ ਬਰਕਲੇ ਸੀ ਸਬਕ ਗਦਰ ਵਾਲੇ ਉਹ ਪੜੇ ਕਿੰਕੂ। ਬਰਕਤ ਉੱਲਾ ਦੀ ਕਬਰ ਤੇ ਬੈਠ ਰੋਏ ਇੱਥੇ ਸੁੱਤਿਆਂ ਬੀਤ ਗਏ ਵਰੇ ਕਿੰਕੂ। ਚੜੇ ਦੇਸ਼ ਆਜ਼ਾਦੀ ਲਈ ਜਿਉਂ ਲੈ ਕੇ ਸੇਰੇ ਸਿਰਾਂ ਤੇ ਕਿਸ ਤਰ੍ਹਾਂ ਧਰੇ ਇਕੱਠੇ। ਜਾਤ ਪਾਤ ਧਰਮ ਨੂੰ ਰੱਖ ਪਾਸੇ ਕਿੱਕਣ ਬਾਬਿਓ ਲੜੇ ਤੇ ਮਰੇ ਇਕੱਠੇ। ਟੱਠੇ ਪਿਆਂ ਦੀ ਕਿਸ ਤਰ੍ਹਾਂ ਪਈ ਹਿੰਮਤ ਰਹੇ ਰੱਸੇ ਫਾਂਸੀਆਂ ਦੇ ਚੜ ਕੇ ਫੜੇ ਇਕੱਠੇ। ਚਸ਼ਮਦੀਦ ਗਵਾਹ ਇਤਿਹਾਸ ਸਾਵੇਂ ਕਬਰੀ ਪਏ ਇਕੱਠੇ ਸਿਵਿਆਂ ਤੇ ਚੜੇ ਇਕੱਠੇ। ਅਸੀਂ ਹੋ ਕੇ ਵੀ ਨਹੀਂ ਆਜ਼ਾਦ ਹੋਏ ਲੋਕੀ ਪੁੱਛਦੇ ਫਿਰਨ ਸਵਾਲ ਉਹੀ। ਉੱਚਾ ਹੋਰ ਉੱਚਾ ਨੀਵਾਂ ਹੋਰ ਨੀਵਾਂ ਚਾਹੀ ਤੁਸਾਂ ਹੋਰ ਕੁਝ ਹੋਰ ਦੀ ਹੋਰ ਹੋਈ। ਬਦਲੇ ਘੋੜਸਵਾਰੀ ਘੋੜਿਆਂ ਤੇ ਚਾਬਕ ਰਹੀ ਗੁਲਾਮ ਤੇ ਡੋਰ ਉਹੀ। ਦਈਏ ਦੋਸ਼ ਹੁਣ ਧਾੜ ਵੀ ਕਿਹੜਿਆਂ ਨੂੰ ਢੋਲੀ ਜਦੋਂ ਕਹਾਰਾਂ ਨੇ ਆਪ ਖੋਈ। ਬਾਬੇ ਆਖਦੇ ਹੰਬਲਾ ਮਾਰ ਉੱਠੋ ਸੁਪਨਾ ਸੁੱਤਿਆਂ ਨਹੀਂ ਸਕਾਰ ਹੋਵੇ। ਤੁਰਦੇ ਦੇਸ਼ ਵਾਸੀ ਜਦੋਂ ਇਕੱਠੇ ਨਾ ਇਹ ਕਾਰਵਾਂ ਫੇਰ ਖਲਿਆਰ ਹੋਵੇ। ਹੂਕ ਦਿਲਾਂ ਦੀ ਗਦਰ ਤਦ ਗੂੰਜ ਬਣਦੀ ਆਮ ਆਦਮੀ ਜਦੋਂ ਦੁਸ਼ਵਾਰ ਹੋਵੇ। ਇਸ ਗੂੰਜ ਅੱਗੇ ਭੋਰਾ ਠਹਿਰਦੀ ਨਹੀਂ ਨੀਲੀ ਪੀਲੀ ਜਾਂ ਲਾਲ ਸਰਕਾਰ ਹੋਵੇ। ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਡਾਕਟਰ ਪਰਮਿੰਦਰ ਸਿੰਘ ਤੱਕਰ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਜੈਤੋ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਰੱਖਣ ਤੇ ਆਪਣੇ ਆਸ਼ੀਰਵਾਦ ਤੁਹਾਨੂੰ ਦੇਣ। बहुत ही सत्कारयोग प्रोफेसर शिल्पा कांसल, डॉक्टर सम्राट खन्ना, डॉक्टर सुभाष जी, डॉक्टर दिव्य ज्योति, डॉक्टर रुचिका, कौमी सेवा योजना ਨੂੰ चला रहे दो साडे प्रोफैसर साहबान डॉक्टर सम्राट खन्ना और प्रोफैसर रुचिका, ਇਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਇਹ ਵਧਾਈ ਦੇਣੀ ਚਾਹੂੰਗਾ ਕਿ ਇਸ ਦਿਨ ਨੂੰ NSS ਵੱਲੋਂ ਮਨਾਇਆ ਜਾ ਰਿਹਾ। ਜਿਹੜੀ ਗੱਲ ਖੰਨਾ ਸਾਹਿਬ ਨੇ ਕੀਤੀ ਸੀ ਕਿ ਵਿਦਿਆਰਥੀ ਕਈ ਵਾਰੀ ਇਨਸਪਾਇਰਿੰਗ ਗੱਲਾਂ ਕਰ ਜਾਂਦੇ ਆ, ਸੋ ਕੁਝ ਬੱਚੇ ਐਸੇ ਹੁੰਦੇ ਆ ਜਿਹੜੇ ਆਪਣਾ ਸਥਾਨ ਆਪਣੇ ਆਪ ਬਣਾ ਲੈਂਦੇ ਆ ਆਪਣੀਆਂ ਗੱਲਾਂ ਨਾਲ, ਆਪਣੇ ਵਿਚਾਰਾਂ ਨਾਲ। ਤਾਂ ਮੇਰਾ ਖਿਆਲ ਹੈ ਕਿ ਧੰਨ ਸਿੰਘ ਇੱਕ ਐਸਾ ਵਿਦਿਆਰਥੀ ਹੈ ਜਿਹੜਾ BA ਪਾਰਟ 1 'ਚ ਆਇਆ ਅਜੇ ਕੁਝ ਮਹੀਨੇ ਪਹਿਲਾਂ, ਤੇ ਇਹਨੂੰ ਤਕਰੀਬਨ ਸਾਰੇ ਅਧਿਆਪਕ ਜਾਣਨ ਲੱਗ ਪਏ। ਅੱਜ ਦਾ ਜੋ ਦਿਨ ਅਸੀਂ ਮਨਾ ਰਹੇ ਹਾਂ ਸ਼ਹੀਦੀ ਦਿਹਾੜਾ ਕਰਤਾਰ ਸਿੰਘ ਸਰਾਭਾ ਜੀ ਦਾ, ਇਸ ਨੂੰ ਮਨਾਉਣਾ ਜਾਂ ਇਸ ਦਿਨ ਤੇ ਇਸ ਪ੍ਰੋਗਰਾਮ ਰਚਨਾ ਇੱਕ ਪ੍ਰੇਰਣਾ ਪੈਦਾ ਕਰਨ ਵਾਸਤੇ ਹੁੰਦਾ ਹੈ ਕਿ ਤੁਸੀਂ ਵੀ ਜੇ ਉਹ ਇੰਨੀ ਛੋਟੀ ਉਮਰ 'ਚ ਇੰਨਾ ਕੁਛ ਕਰ ਸਕਦੇ ਆ ਤਾਂ ਤੁਸੀਂ ਵੀ ਅੱਜ ਦੇ ਜ਼ਮਾਨੇ ਦੇ ਨੌਜਵਾਨ ਹੋ, ਤੁਸੀਂ ਵੀ ਬਹੁਤ ਕੁਛ ਕਰ ਸਕਦੇ ਹੋ। ਮੇਰਾ ਮੁੰਡਾ ਜਦੋਂ 5ਵੀਂ ਜਮਾਤ 'ਚ ਪੜ੍ਹਦਾ ਸੀ ਤੇ ਮੈਨੂੰ ਪੁੱਛਦਾ ਵੀ ਜਿਹੜੇ ਸੁਤੰਤਰਤਾ ਸੰਗਰਾਮੀ ਹੈ, ਆਜ਼ਾਦੀ ਘੁਲਾਟੀਏ ਜਿਹੜੇ, ਆਪਾਂ ਨਹੀਂ ਬਣ ਸਕਦੇ। ਮੈਂ ਕਿਹਾ ਆਪਾਂ ਤਾਂ ਆਜ਼ਾਦ ਹੋ ਚੁੱਕੇ ਹਾਂ, 1947 'ਚ ਦੇਸ਼ ਆਜ਼ਾਦ ਹੋ ਗਿਆ। ਹੁਣ ਵੱਖਰੀ ਤਰ੍ਹਾਂ ਦੇ ਘੁਲਾਟੀਏ ਤਾਂ ਆਪਾਂ ਬਣ ਸਕਦੇ ਹਾਂ, ਵੱਖਰੀ ਤਰ੍ਹਾਂ ਦੇ ਘੋਲ ਤਾਂ ਆਪਾਂ ਨੂੰ ਲੜਨੇ ਪੈਣਗੇ ਜ਼ਿੰਦਗੀ ਦੇ ਵਿੱਚ। ਜਿਵੇਂ ਸ਼ਹੀਦ ਭਗਤ ਸਿੰਘ ਹੋਰਾਂ ਨੇ, ਕਰਤਾਰ ਸਿੰਘ ਸਰਾਭੇ ਹੋਰਾਂ ਨੇ ਸ਼ਹਾਦਤਾਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾਤਾ। ਜਿਵੇਂ ਵਿਦਿਆਰਥੀ ਗੱਲ ਕਰ ਰਿਹਾ ਸੀ ਕਿ ਕੀ ਉਸ ਪੱਧਰ ਦੀ ਆਜ਼ਾਦੀ ਅਸੀਂ ਮਾਣ ਰਹੇ। ਕਦੇ ਕਦੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਅਸੀਂ ਚਿੱਟੀ ਚਮੜੀ ਵਾਲਿਆਂ ਦੇ ਗੁਲਾਮ ਸੀ, ਹੁਣ ਅਸੀਂ ਚਿੱਟੇ ਕੱਪੜਿਆਂ ਦੇ ਗੁਲਾਮ ਹਾਂ।
ਇਹ ਗੱਲ ਸਾਨੂੰ ਐਡਮਿਟ ਕਰਨੀ ਪਊਗੀ। ਪਰ ਇਹਦੇ 'ਚ ਦੋਸ਼ ਕਿੱਥੇ ਹੈ? ਇਹਦੇ 'ਚ ਦੋਸ਼ ਸਾਡੇ 'ਚ ਵੀ ਹੈ। ਮਿਸਾਲ ਦੇ ਤੌਰ ਤੇ ਜੇ ਕਾਲੇ ਕਾਨੂੰਨ ਬਣ ਰਹੇ ਆ, ਇਹ ਜਿਹੜੇ ਬਹੁਤੇ ਪੋਲੀਟੀਸ਼ੀਅਨਸ ਹੁੰਦੇ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ ਜਿੰਨੇ ਪੜ੍ਹੇ ਲਿਖੇ ਬਿਊਰੋਕਰੇਟਸ ਹੁੰਦੇ ਆ, IAS ਆਫੀਸਰਸ ਹੁੰਦੇ ਆ, ਜਿਹੜੇ ਉਹਨਾਂ ਨੂੰ ਰਾਏ ਦਿੰਦੇ ਆ ਕਿ ਕੀ ਕਰਨਾ। ਤਾਂ ਸਾਡਾ ਕੀ ਫਰਜ਼ ਬਣਦਾ ਹੈ ਕਿ ਅਸੀਂ ਇੰਨੀ ਕੁ ਪੜ੍ਹਾਈ ਕਰੀਏ, ਇੰਨੀ ਕੁ ਮਿਹਨਤ ਕਰੀਏ ਕਿ ਇਹ ਅਹੁਦੇ ਸਾਡੇ ਕੋਲੇ ਹੋਣ ਤੇ ਇਹ ਪੋਲੀਟੀਸ਼ੀਅਨ ਸਾਨੂੰ ਪੁੱਛ ਕੇ ਕਾਨੂੰਨ ਬਣਾਉਣ। ਅਸੀਂ ਇਹਨਾਂ ਨੂੰ ਆਪਣੀ ਆਈਡੀਓਲੋਜੀ ਮੁਤਾਬਕ, ਆਪਣੀ ਵਿਚਾਰਧਾਰਾ ਮੁਤਾਬਕ ਅਸੀਂ ਇਹਨਾਂ ਨੂੰ ਰਾਏ ਦੇ ਸਕੀਏ। ਹੁਣ ਦਾ ਜਿਹੜਾ ਘੋਲ ਹੈ ਉਹ ਸਿਰਫ ਜਿੰਦਾਬਾਦ ਮੁਰਦਾਬਾਦ ਦਾ ਘੋਲ ਨਹੀਂ ਰਿਹਾ, ਹੁਣ ਕਲਮਾਂ ਦੇ ਘੋਲ ਚੱਲਦੇ ਆ। ਜੇ ਤੁਹਾਡੇ ਹੱਥ 'ਚ ਕਲਮ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਹੁਣ ਆਹੀ ਪ੍ਰੋਗਰਾਮ ਹੈ, ਆਹੀ ਗੱਲਾਂ ਹੈ। ਇਸ ਸੰਸਥਾ ਦੇ ਮੁਖੀ ਨੂੰ ਜਾਂ ਇਸ ਸੰਸਥਾ ਦੇ ਅਧਿਆਪਕਾਂ ਨੂੰ ਇਹਨਾਂ ਗੱਲਾਂ ਦੀ ਚਿਣਗੀ ਨਾ ਹੋਵੇ, ਉਹ ਕਿਉਂ ਹੋਣ ਦੇਣ? ਉਹ ਕੁਝ ਹੋਰ ਕਰਨ ਜਿਹੜਾ ਉਹਨਾਂ ਦੀ ਵਿਚਾਰਧਾਰਾ ਮੁਤਾਬਕ ਹੈ। ਹੁਣ ਇਹ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ, ਜ਼ਰੂਰੀ ਨਹੀਂ ਸਾਰੇ ਥਾਵਾਂ ਤੇ ਮਨਾਇਆ ਜਾ ਰਿਹਾ ਹੋਵੇ। ਇੱਥੇ ਕਿਉਂ ਮਨਾਇਆ ਗਿਆ? ਸਾਡੇ ਬੱਚਿਆਂ 'ਚ ਚਿਣ ਗਿਆ, ਸਾਡੇ ਅਧਿਆਪਕਾਂ 'ਚ ਚਿਣ ਗਿਆ ਕਿ ਅਸੀਂ ਇਸ ਦਿਨ ਨੂੰ ਮਨਾਈਏ, ਬੱਚਿਆਂ 'ਚ ਕੋਈ ਇਸ ਤਰ੍ਹਾਂ ਦੀ ਇਨਸਪੀਰੇਸ਼ਨ ਪੈਦਾ ਕਰ ਸਕੀਏ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਿਰਫ ਤੇ ਸਿਰਫ ਵੀ ਜਿਵੇਂ ਭਗਤ ਸਿੰਘ ਜਿੰਦਾਬਾਦ ਮੁਰਦਾਬਾਦ ਕਰਦਾ ਜਾਂਦਾ ਸੀ ਜਾਂ ਕਰਤਾਰ ਸਿੰਘ ਸਰਾਭਾ ਜਿੰਦਾਬਾਦ ਮੁਰਦਾਬਾਦ ਕਰਦਾ ਜਾਂਦਾ ਸੀ, ਉਹਦੇ ਨਾਲ ਹੀ ਅਸੀਂ ਸਾਰਾ ਕੁਝ ਹਾਸਲ ਕਰ ਲਾਂਗੇ, ਇਹ ਨਹੀਂ ਪੋਸੀਬਲ। ਹਾਂ, ਇਹ ਚੀਜ਼ਾਂ ਕਿਸੇ ਹੱਦ ਤੱਕ ਚੱਲ ਸਕਦੀਆਂ, ਲੇਕਿਨ ਇਹਨਾਂ ਚੀਜ਼ਾਂ ਤੋਂ ਇਹ ਜੋ ਇਨਜਸਟਿਸ ਹੈ ਇਸ ਤੋਂ ਨਿਜਾਤ ਪਾਉਣ ਵਾਸਤੇ ਸਭ ਤੋਂ ਪਹਿਲਾਂ ਮਿਹਨਤ ਸਾਨੂੰ ਆਪ ਨੂੰ ਕਰਨੀ ਪਏਗੀ। ਸਰਕਾਰ ਕਈ ਚੀਜ਼ਾਂ ਬੜੀਆਂ ਵਧੀਆ ਕਰਦੀ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਸਰਕਾਰ ਬੜੀ ਚੁਸਤ ਹੈ, ਸਰਕਾਰਾਂ ਹੁੰਦੀਆਂ ਹੀ ਚੁਸਤ ਹੈ। ਲੋਕਾਂ ਤੇ ਰਾਜ ਕਿਵੇਂ ਕਰਨਾ ਇਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਲੋਲੀਪੌਪ ਲੋਕਾਂ ਨੂੰ ਫੜਾਉਣਾ, ਜਿਹੜਾ ਬੈਠੇ ਚੁੱਸੀ ਜਾਣ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਇਹ ਕੀ ਕਰਨਗੇ। ਮਿਸਾਲ ਦੇ ਤੌਰ ਤੇ ਸਰਕਾਰ ਨੇ ਸਾਡੇ ਜਿਹੜੇ PMS ਵਾਲੇ ਬੱਚੇ ਹੈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਬੱਚੇ ਹੈ, ਉਹਨਾਂ ਵਾਸਤੇ ਸੁਵਿਧਾ ਦਿੱਤੀ ਹੈ ਕਿ ਸਕਾਲਰਸ਼ਿਪ ਤੁਹਾਨੂੰ ਮਿਲੇਗਾ, ਤੁਹਾਨੂੰ ਅਸੀਂ ਜਿਹੜੀ ਤੁਹਾਡੀਆਂ ਫੀਸਾਂ ਅਦਾ ਕਰਾਂਗੇ। ਲੇਕਿਨ ਉਹਦਾ ਫਾਇਦਾ ਅਸੀਂ ਕਿੰਨੇ ਲੋਕ ਉਠਾ ਰਹੇ? ਚੰਦ ਲੋਕ, ਬਹੁਤ ਥੋੜੇ ਲੋਕ ਹੈ ਜਿਹੜੇ ਕੌਨਸ਼ੀਅਸ ਹੈ, ਚੇਤਨ ਹੈ ਕਿ ਅਸੀਂ ਇਸ ਚੀਜ਼ ਤੋਂ ਫਾਇਦਾ ਉਠਾਉਣਾ। ਉਹ ਚੇਤਨ ਵਿਦਿਆਰਥੀ ਕਿਸ ਕਿਸਮ ਦੇ ਹੈ? ਜਿਸ ਕਿਸਮ ਦੀ ਸਾਡੀ ਨਵਜੋਤ ਕੌਰ ਸੀ, BCom ਦੀ ਵਿਦਿਆਰਥਣ, SC ਭਾਈਚਾਰੇ ਨਾਲ ਸੰਬੰਧ ਰੱਖਦੀ ਸੀ, ਰਿਮੋਟ ਪਿੰਡ ਤੋਂ ਆਉਂਦੀ ਸੀ, ਅੱਜ ਉਹ SDM ਹੈ ਉੱਤਰ ਪ੍ਰਦੇਸ਼ 'ਚ। BCom ਕੀਤੀ, 3 ਸਾਲ ਉਹਨੇ ਖੁੱਲੀ ਕੋਚਿੰਗ ਲਈ। ਉਹਦਾ ਪਿਓ ਛੋਟਾ ਜਿਹਾ ਮੁਲਾਜ਼ਮ ਸੀਗਾ ਪੁਲਿਸ ਦਾ, ਉਹਨੇ ਉਹਨੂੰ ਉੱਥੇ ਕੋਚਿੰਗ ਦਵਾਈ। ਅੱਜ ਉਹ SDM ਹੈ, 38ਵੇਂ ਰੈਂਕ ਤੇ ਉਹ ਆਈ ਜਨਰਲ ਕੈਟਾਗਰੀ 'ਚ, SC ਹੋਣ ਦੇ ਬਾਵਜੂਦ। ਇਸ ਤਰ੍ਹਾਂ ਦਾ ਕੈਲੀਬਰ ਸਾਨੂੰ ਪੈਦਾ ਕਰਨ ਦੀ ਲੋੜ ਹੈ। ਸਾਨੂੰ ਇਹੋ ਜਿਹੇ ਵਿਦਿਆਰਥੀ ਚਾਹੀਦੇ ਆ ਜਿਹੜੇ ਇਹਨਾਂ ਸਟੇਜਾਂ ਤੋਂ, ਜਿਵੇਂ ਤੁਸੀਂ ਬੋਲ ਕੇ ਗਏ ਹੋ, ਧੰਨ ਸਿੰਘ ਬੋਲ ਕੇ ਗਿਆ ਜਾਂ ਮਨਤ ਬੋਲ ਕੇ ਗਿਆ ਜਾਂ ਗਗਨ ਬੋਲ ਕੇ ਗਿਆ, ਇੰਨੇ ਐਸੇ ਡਾਇਸ ਦੇ ਉੱਤੋਂ ਬੋਲ ਕੇ ਸਾਡੀ ਜਿਹੜੀ ਵਿਦਿਆਰਥ ਆਸਮਾ ਇੱਥੇ ਸਟੇਜਾਂ ਕੰਡਕਟ ਕਰਦੀ ਕਰਦੀ, ਇੱਥੇ ਤੁਹਾਡੇ ਵਾਂਗੂ ਬੋਲਦੀ ਅੱਜ ਉਹ ਇਜਿਪਟ ਦੇ ਵਿੱਚ ਅੰਬੈਸਡਰ ਹੈ, IFS ਹੈ। ਆਪਣੇ ਆਪ ਨੂੰ ਇੰਨੇ ਕੁ ਕਾਬਲ ਬਣਾਓ ਕਿ ਅਸੀਂ ਕਰਤਾਰ ਸਿੰਘ ਸਰਾਭੇ ਹੋਰਾਂ ਦਾ, ਅਸੀਂ ਭਗਤ ਸਿੰਘ ਹੋਰਾਂ ਦਾ ਭਾਰਤ ਜਿਹੜਾ ਹੈ, ਉਹਨਾਂ ਦੀ ਜਿਹੜੀ ਆਜ਼ਾਦੀ ਦਾ ਸੁਪਨਾ ਉਹਨਾਂ ਨੇ ਲਿਆ ਸੀ, ਉਸ ਤਰ੍ਹਾਂ ਦਾ ਸੁਪਨਾ ਜਿਹੜਾ ਅਸੀਂ ਸਾਕਾਰ ਕਰ ਸਕੀਏ। ਉਹਦੇ ਲਈ ਪਿਆਰੇ ਵਿਦਿਆਰਥੀ ਜ਼ਰੂਰੀ ਕੀ ਹੈ? ਸਖਤ ਮਿਹਨਤ ਕਰਕੇ ਅੱਗੇ ਆਉਣਾ। ਇਹ ਛੱਡ ਦਿਓ ਗੱਲ ਕਿ ਹਰ ਥਾਂ ਤੇ ਇਨਜਸਟਿਸ ਹੁੰਦਾ ਹੈ, ਜਸਟਿਸ ਵੀ ਹੁੰਦਾ, ਜਸਟਿਸ ਲੈਣਾ ਪੈਂਦਾ। ਤੁਸੀਂ ਕਾਬਲ ਹੀ ਆਪਣੇ ਆਪ ਨੂੰ ਇੰਨਾ ਬਣਾ ਲਓ ਕਿ ਤੁਹਾਡੇ ਨਾਲ ਨਾਇਨਸਾਫੀ ਹੋ ਹੀ ਨਾ ਸਕੇ। ਅਸੀਂ ਆਏ ਹਾਂ, ਅਸੀਂ ਸਧਾਰਨ ਘਰਾਂ ਦੇ ਜੰਮੇ ਪਲੇ ਹਾਂ। ਇੱਥੇ ਕੋਈ ਅਧਿਆਪਕ ਐਸਾ ਨਹੀਂ ਜਿਹੜਾ ਕਿਸੇ ਸਿਫਾਰਿਸ਼ ਨਾਲ ਆ ਗਿਆ ਹੋਵੇ, ਕਿਸੇ ਦੀ ਕੋਈ ਅਪਰੋਚ ਨਹੀਂ। ਅਸੀਂ ਵੀ ਤਾਂ ਆਈ ਹਾਂ, ਆਈ ਤੁਸੀਂ ਆ ਸਕਦੇ ਹੋ। ਪਰ ਉਹਦੇ ਲਈ ਜ਼ਰੂਰੀ ਕੀ ਹੈ? ਸਖਤ ਮਿਹਨਤ, ਬਹੁਤ ਮਿਹਨਤ ਚਾਹੀਦੀ ਹੈ। ਜਿਸ ਤਰ੍ਹਾਂ ਦਾ ਜ਼ਮਾਨਾ ਹੈ ਨਾ, ਉਹ ਬਹੁਤ ਸਖਤ ਮਿਹਨਤ ਦਾ ਜ਼ਮਾਨਾ ਹੈ। ਥੋੜੇ ਨਾਲ ਨਹੀਂ ਸਰਦਾ ਵੀ ਟਾਈਮ ਪਾਸ ਕਰ ਲਿਆ, ਫਸਟ ਡਿਵੀਜ਼ਨ ਆ ਗਈ। ਨਹੀਂ, ਜਿਹੜਾ ਮਰਜ਼ੀ ਵਿਸ਼ਾ ਪੜ੍ਹ ਲਓ, ਜਿਹੜੀ ਮਰਜ਼ੀ ਸਟਰੀਮ ਪੜ੍ਹ ਲਓ, ਤੁਸੀਂ ਟੌਪਰਾਂ 'ਚ ਹੋਣੇ ਚਾਹੀਦੇ ਹੋ, ਫਿਰ ਕੁਝ ਨਾ ਕੁਝ ਹਾਸਲ ਕਰੋਗੇ।
ਜਿਹੜੇ ਟੌਪਰਾਂ 'ਚ ਰਹੇ ਆ ਉਹ ਹੀ ਹਾਸਲ ਕਰਕੇ ਗਏ। ਮਡਿਓਕਰਾਂ 'ਚ ਨਾ ਰਹੋ, ਥੱਲੇ ਵਾਲਿਆਂ ਦਾ ਤਾਂ ਫਾਇਦਾ ਹੀ ਕੋਈ ਨਹੀਂ। ਸੋ ਅੱਜ ਇਸ ਸ਼ਹੀਦੀ ਦਿਹਾੜੇ ਤੇ ਆਓ ਆਪਾਂ ਸਾਰੇ ਪ੍ਰਣ ਲਈਏ ਕਿ ਅਸੀਂ ਇੰਨੀ ਕੁ ਮਿਹਨਤ ਕਰੀਏ ਕਿ ਸਾਡੀ ਮਿਹਨਤ ਨੂੰ ਫਲ ਲਾਉਣ ਤੋਂ ਕੋਈ ਰੋਕ ਨਾ ਸਕੇ, ਸਾਡੀ ਮਿਹਨਤ ਫਲੇ। ਹੁਣ ਦਾ ਜ਼ਮਾਨਾ ਸਿਰਫ ਨਾਅਰੇਬਾਜ਼ੀ ਦਾ ਜ਼ਮਾਨਾ ਨਹੀਂ ਰਿਹਾ, ਹੁਣ ਦਾ ਜ਼ਮਾਨਾ ਪੜ੍ਹ ਲਿਖ ਕੇ ਅੱਗੇ ਆਉਣ ਦਾ ਜ਼ਮਾਨਾ ਰਿਹਾ। ਜੇ ਤੁਹਾਡੇ ਵਿੱਚੋਂ IAS ਲੈਵਲ ਦੇ, PCS ਲੈਵਲ ਦੇ ਵਿਦਿਆਰਥੀ ਅੱਗੇ ਆਉਣਗੇ, ਉਹ ਦੇਖਣਗੇ ਕਿ ਮੇਰੇ ਲੋਕਾਂ ਦਾ ਇਸ ਗੱਲ 'ਚ ਫਾਇਦਾ ਹੈ, ਉਹੋ ਜਿਹੀ ਰਾਏ ਉਹ ਪੋਲੀਟੀਸ਼ੀਅਨ ਨੂੰ ਦੇਣਗੇ ਤੇ ਉਹੋ ਜਿਹੇ ਕਾਨੂੰਨ ਬਣਨਗੇ। ਇਹ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਰਹੀ ਹੈ, ਪੋਲੀਟੀਸ਼ੀਅਨਾਂ ਦਾ ਦੋਸ਼ ਨਹੀਂ। ਇਹ ਤਾਂ IAS ਜਿਹੜੀ ਬਿਊਰੋਕ੍ਰੇਸੀ ਹੈ ਇਹ ਕਰੂਗੀ ਸਾਰਾ ਕੁਝ। ਵੀ ਨਹੀਂ ਸਰ ਇਹ ਐ ਹੋਊਗਾ, ਇਹ ਨਹੀਂ ਐ ਹੋਊਗਾ, ਇਹਨੂੰ ਪਤਾ ਹੀ ਨਹੀਂ ਹੁੰਦਾ। ਸਾਡਾ ਅਨਪੜ੍ਹ ਇੱਕ ਬੰਦਾ ਬਣ ਜਾਂਦਾ ਹੈ, ਖੇਤੀਬਾੜੀ ਮੰਤਰੀ ਬਣ ਜਾਂਦਾ, ਉਹਨੂੰ ਕੁਝ ਨਹੀਂ ਪਤਾ। ਜਿਹੜਾ ਫਿਰ ਉਹਦੇ ਦੁਆਲੇ ਗਲਬਾ ਹੈਗਾ IAS ਆਫਿਸਰ ਦਾ, ਬਿਊਰੋਕ੍ਰੇਸੀ ਦਾ, ਉਹ ਦੱਸਦੀ ਕੰਮ ਕਿਵੇਂ ਕਰਨਾ, ਉਹਨਾਂ ਨੂੰ ਨਹੀਂ ਕਰਨਾ ਹੁੰਦਾ। ਸੋ ਬਿਊਰੋਕ੍ਰੇਸੀ 'ਚ ਅਸੀਂ ਵੜੀਏ। ਜੇ ਅਸੀਂ ਪੋਲਿਟਿਕਸ 'ਚ ਵੜ ਸਕਦੇ ਅਸੀਂ ਪੋਲਿਟਿਕਸ 'ਚ ਵੜੀਏ, ਪਰ ਪੱਕੇ ਪੈਰੀ ਜਾਈਏ। ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੇ ਮੇਰੀਆਂ ਕੋਈ ਗੱਲਾਂ ਚੰਗੀਆਂ ਲੱਗੀਆਂ ਹੋਣ ਇਹਨਾਂ ਨੂੰ ਪੱਲੇ ਬੰਨ੍ਹ ਲਿਓ, ਜੇ ਗੱਲਾਂ ਐਵੇਂ ਜਿਹੀਆਂ ਲੱਗੀਆਂ ਹੋਣ ਤਾਂ ਛੱਡ ਦਿਓ। ਸ਼ੁਕਰੀਆ। ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਪਰਮਿੰਦਰ ਸਿੰਘ ਤੱਗੜ ਦਾ, ਜਿਨ੍ਹਾਂ ਨੇ ਇੰਨੇ ਵਧੀਆ ਵਿਚਾਰ ਸਾਡੇ ਨਾਲ ਰੱਖੇ ਤੇ ਵਾਕਈ ਹੀ ਆਜ਼ਾਦੀ ਦਾ ਸਹੀ ਮਤਲਬ ਕੀ ਹੈ ਸਾਨੂੰ ਇਸ ਤੋਂ ਜਾਣੂ ਕਰਾਇਆ। ਹੁਣ